श्री वाहिगुरु साहिब जी। टोडी महला पंजवा। गर्भ गहिलड़ो मूड़ड़ो हियो रे। हियो महाराज री मायो ढीहर न्याई मोहे फाक्यो रे। गर्भ गहिलड़ो मूड़ड़ो हियो रे। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़ मिल बैठी गुरु रूप गुरु खालसा साध संगत जीओ। आओ बड़ी प्यार अर सत्कार दे नाल ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। टोडी महला पंजवा। ਟੋਡੀ ਰਾਗਣੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਾਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਗਰਭ ਗਹਿਲੜੋ ਮੂੜੜੋ ਹਿਓ ਰੇ। ਹੇ ਭਾਈ, ਇਹ ਜਿਹੜਾ ਮੂੜੜੋ ਮੂਰਖ ਜੀਵ ਦਾ ਹੀਓ ਹਿਰਦਾ ਹੈ, ਇਹ ਗਰਭ ਹੰਕਾਰ ਆਦਿਕਾਂ ਦਾ ਗਹਿਲੜੋ ਪਕੜਿਆ ਹੋਇਆ ਹੈ ਜਾਂ ਹੰਕਾਰ ਦੇ ਵਿੱਚ ਬਾਬਰਾ ਹੋਇਆ ਰਹਿੰਦਾ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਭਰੀਐ, ਹਉ ਵਿੱਚ ਧੋਵੈ। ਅਤੇ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੰਕਾਰ ਹੈ ਇਹਨੂੰ ਸਭ ਤੋਂ ਬੁਰੀ ਬਲਾ ਆਖਿਆ ਹੈ। ਹੋਰ ਵਿਕਾਰ ਤਾਂ ਲੈ ਜਾਂਦੇ ਨੇ, ਪਰ ਇਹ ਜਿਹੜਾ ਹੰਕਾਰ ਹੈ ਏਡੀ ਬੁਰੀ ਬਲਾ ਹੈ ਕਿ ਭੂਤ ਦੀ ਤਰ੍ਹਾਂ ਇਹ ਚੰਬੜਿਆ ਰਹਿੰਦਾ ਹੈ। ਜਿੰਨਾ ਚਿਰ ਸੱਚਖੰਡ ਦੇ ਵਿੱਚ ਪ੍ਰਵੇਸ਼ ਨਾ ਕਰ ਜਾਏ ਉਹਨਾਂ ਚਿਰ ਇਹ ਖਹਿੜਾ ਨਹੀਂ ਛੱਡਦਾ। ਇੱਕ ਲੱਤ ਵੀ ਥੱਲੇ ਰਹਿ ਜਾਏ ਅਤੇ ਉਹਦੇ ਤੋਂ ਹੀ ਫੜ ਕੇ ਠਾਂ ਖਿੱਚ ਲੈਂਦਾ ਹੈ। ਇੰਨਾ ਪ੍ਰਬਲ ਹੈ। ਇੱਕ ਜਜਾਤੀ ਰਾਜਾ ਹੋਇਆ ਹੈ ਅਤੇ ਇੱਕ ਨੌਖ ਰਾਜਾ ਹੋਇਆ ਹੈ। ਇਹਨਾਂ ਵਿਕਾਰਾਂ ਨੇ ਇਹੋ ਜਿਹੀ ਬੁਰੀ ਹਾਲਤ ਕੀਤੀ ਉਹਨਾਂ ਰਾਜਿਆਂ ਦੀ, ਉਹ ਸਵਰਗ ਦੇ ਰਾਜ ਇੰਦਰ ਦੀ ਪਦਵੀ ਨੂੰ ਪ੍ਰਾਪਤ ਹੋ ਵੀ ਗਏ। ਇੱਕ ਨੂੰ ਕਾਮ ਨੇ ਮਾਰਿਆ, ਦੂਜੇ ਨੂੰ ਹੰਕਾਰ ਨੇ ਮਾਰਿਆ। ਜਿਹੜਾ ਨੌਖ ਰਾਜਾ ਸੀ, ਇਹ ਕਾਮ ਨੇ ਇਹੋ ਜਿਹਾ ਵਲੇਟਿਆ ਮੁੜ ਕੇ ਲੱਭਾ ਹੀ ਨਹੀਂ। ਇੰਦਰ ਬਣ ਗਿਆ,
ਉਹਦੀ ਕੁਰਸੀ 'ਤੇ ਬੈਠ ਗਿਆ। ਇਹਦੇ ਮਨ ਦਾ ਫੁਰਨਾ ਬਣਿਆ ਵੀ ਮੈਂ ਹੁਣ ਉਹਦੀ ਘਰਵਾਲੀ 'ਤੇ ਕਬਜ਼ਾ ਕਰਾਂ। ਉਹ ਪਤਿਵਰਤਾ ਧਰਮ 'ਚ ਪਰਪੱਕ ਹੈ। ਉਹਨੇ ਆਪਣੇ ਗੁਰੂ ਬ੍ਰਹਸਪਤੀ ਦੇ ਚਰਨਾਂ 'ਚ ਬੇਨਤੀ ਕੀਤੀ, ਹੈ ਮਹਾਰਾਜ ਕੋਈ ਜੁਗਤੀ ਦੱਸੋ ਜਿਹਦੇ ਨਾਲ ਮੇਰਾ ਧਰਮ ਬਚ ਸਕੇ, ਕਿਉਂਕਿ ਮੇਰੇ ਪਤੀ ਨੂੰ ਪਾਸੇ ਕਰਕੇ ਇਹ ਹੁਣ ਰਾਜਾ ਬਣ ਗਿਆ। ਕਿਉਂਕਿ ਜਦ ਇੰਦਰ ਕੋੜੀ 'ਤੇ ਕਲੰਕੀ ਹੋਇਆ ਸੀ, ਗੌਤਮ ਰਿਸ਼ੀ ਦੇ ਸ਼ਰਾਪ ਕਰਕੇ ਅਹਲਿਆ ਦੇ ਬੁਰੇ ਸੰਗ ਨਾਲ ਮਾਨ ਸਰੋਵਰ ਕਬਲਾਂ ਦੀ ਬਗੀਚੀ ਵਿੱਚ ਜਾ ਕੇ ਉਹਨੂੰ ਲੁਕਣਾ ਪਿਆ। ਸਵਰਗ ਦੇ ਵਿੱਚ ਸ਼ਰਮ ਦਾ ਮਾਰਾ ਆਉਣ ਜੋਗਾ ਨਾ ਰਿਹਾ। ਉਦੋਂ ਇਹਦੀ ਵਾਰੀ ਆ ਗਈ ਸੀ ਨੌਖ ਰਾਜੇ ਦੀ, ਰਾਜੇ ਬਣਨ ਦੀ। ਇਹ ਉਦੋਂ ਦੀ ਗੱਲ ਹੈ। ਉਹ ਬੀਬੀ ਆਪਣੇ ਧਰਮ 'ਚ ਪਰਪੱਕ ਸੀ। ਬ੍ਰਹਸਪਤੀ ਗੁਰੂ ਨੇ ਆਖਿਆ ਵੀ ਗੱਲ ਇਸ ਤਰ੍ਹਾਂ ਹੈ, ਕਿਸੇ ਵੀ ਇਨਸਾਨ ਨੂੰ ਡੇਗਣਾ ਹੋਵੇ ਉਹਦੀ ਕਮਜ਼ੋਰੀ ਪਕੜੀ ਦੀ ਹੈ। ਹਰੇਕ ਇਨਸਾਨ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਇਹਦੀ ਕਮਜ਼ੋਰੀ ਹੈ ਕਾਮ। ਤੂੰ ਇੰਝ ਕਰ, ਇਹਨੂੰ ਕਹਿ ਕਿ ਮੈਨੂੰ ਵਰਨ ਵਾਸਤੇ ਮੇਰੇ ਮਹਿਲਾਂ ਦੇ ਵਿੱਚ ਆ, ਅਤੇ ਪਾਲਕੀ ਦੇ ਉੱਪਰ ਬੈਠ ਗਿਆ। ਪਾਲਕੀ ਨੂੰ ਰਿਖੀ ਚੁੱਕ ਕੇ ਲੈ ਕੇ ਆਉਣ, ਇਹ ਸ਼ਰਤ ਹੈ। ਜਦ ਨੌਖ ਰਾਜੇ ਨੇ ਭਰੀ ਸਭਾ ਦੇ ਵਿੱਚ ਸਚੀ ਨੂੰ ਪਕੜਨਾ ਚਾਹਿਆ, ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੁਣ ਤੇਰਾ ਸਾਰੇ ਸਵਰਗ ਦੇ ਵਿੱਚ ਕਬਜ਼ਾ ਤਾਂ ਹੋ ਗਿਆ, ਤੂੰ ਜ਼ਬਰਦਸਤੀ ਕਿਉਂ ਕਰਦਾ ਹੈ? ਹਰੇਕ ਇਨਸਾਨ ਦੀ ਇੱਜ਼ਤ ਹੁੰਦੀ ਹੈ। ਤੂੰ ਮੇਰੇ ਮਹਿਲਾਂ ਦੇ ਵਿੱਚ ਬਰਾਤ ਬਣਾ ਕੇ ਪਾਲਕੀ ਵਿੱਚ ਬੈਠ ਕੇ ਮੈਨੂੰ ਵਰਨ ਵਾਸਤੇ ਆ, ਅਤੇ ਪਾਲਕੀ ਰਿਖੀ ਚੁੱਕ ਕੇ ਲੈ ਕੇ ਆਉਣ। ਇਹ ਹੰਕਾਰੀ ਵੀ ਸੀ। ਹੰਕਾਰੀ ਬੰਦਾ, ਉਹ ਕੁਝ ਸੋਚਦਾ ਨਹੀਂ, ਕੁਝ ਦੇਖਦਾ ਨਹੀਂ। ਇਹਨੇ ਰਿਖੀ ਬੁਲਾ ਲਏ ਕਿ ਚਲੋ ਓਏ ਮੇਰੀ ਪਾਲਕੀ ਚੁੱਕੋ। ਤੁਸੀਂ ਵਿਹਲੇ ਕੀ ਕਰਦੇ ਹੋ? 7 ਰਿਖੀ ਇਹਨੇ ਆਪਣੀ ਪਾਲਕੀ ਚੁੱਕਣ ਦੇ ਲਾਏ। 7 ਰਿਖੀ। ਉਹਨਾਂ ਦੇ ਵਿੱਚ ਇੱਕ ਜੜ ਭਰਤ ਸੀਗਾ। ਜਦੋਂ ਵੀ ਆ ਹੇਮਕੁੰਟ ਸਾਹਿਬ ਦੀ ਚੜ੍ਹਾਈ ਲੋਕ ਚੜ੍ਹਦੇ ਨੇ, ਕਈ ਬਜ਼ੁਰਗਾਂ ਦੇ ਕੋਲੋਂ ਤੁਰਿਆ ਨਹੀਂ ਜਾਂਦਾ। 4 ਬੰਦੇ ਉਹਨੂੰ ਮੋਢਿਆਂ 'ਤੇ ਚੁੱਕ ਕੇ ਚੜ੍ਹਾਉਂਦੇ ਨੇ। ਜਦੋਂ ਇੱਕ ਬੰਦੇ ਨੂੰ 4 ਬੰਦਿਆਂ ਨੇ ਚੁੱਕਿਆ ਹੋਏ ਤੇ ਕਦਮ ਮਿਲਾ ਕੇ ਤੁਰਨਾ ਪੈਂਦਾ ਹੈ। ਇੱਕ ਵੀ ਬੰਦਾ ਅੱਗੇ ਪਿੱਛੇ ਕਦਮ ਕਰ ਦੇ ਤੇ ਪਾਲਕੀ ਅਸਵਾਰੀ ਵਾਲਾ ਬੰਦਾ ਉਹ ਡਾਵਾਂਡੋਲ ਹੋ ਜਾਂਦਾ। ਜੜ ਭਰਤ ਨੇ ਆਪਣੀ ਮੌਜ ਦੇ ਵਿੱਚ ਮਸਤੀ ਕਰਦਿਆਂ ਇੱਧਰ ਉੱਧਰ ਕਦਮ ਰੱਖਣੇ ਸ਼ੁਰੂ ਕਰ ਦਿੱਤੇ। ਇਹਦੀ ਪਾਲਕੀ ਡੋਲੀ ਤੇ ਉੱਪਰੋਂ ਬੈਠੇ ਨੇ ਹੰਕਾਰ ਦੇ ਵਿੱਚ ਨੇ, ਮਸਤੇ ਹੋਏ ਨੇ, ਲੱਤ ਮਾਰੀ। ਜੜ ਭਰਤ ਰਿਖੀ ਬਹੁਤ ਬੜਾ ਤਪਸਵੀ ਸੀ। ਉਹਨੂੰ ਲੱਤ ਮਾਰ ਕੇ ਕਹਿੰਦਾ ਸਰਪ ਸਰਪ। ਸੰਸਕ੍ਰਿਤ ਦੇ ਵਿੱਚ ਸਰਪ ਦਾ ਅਰਥ ਹੈ ਛੇਤੀ ਚੱਲੋ, ਛੇਤੀ ਚੱਲੋ। ਜੜ ਭਰਤ ਕਹਿਣ ਲੱਗਾ ਉਹ ਕਾਮੀਆ, ਤੂੰ ਇੰਨਾ ਮਸਤ ਹੋ ਗਿਆ ਕਿ ਰਿਖੀਆਂ ਦਾ ਸਤਿਕਾਰ ਵੀ ਭੁੱਲ ਗਿਆ। ਤੂੰ ਮੈਨੂੰ ਲੱਤ ਭਲਾ ਕਿਉਂ ਮਾਰੀ? ਸਰਪ ਸਰਪ ਦਾ ਕੀ ਮਤਲਬ ਹੈ? ਮੈਂ ਕਿਉਂ ਸੱਪ ਬਣਾ ਭਾਈ? ਮੈਂ ਤਾਂ ਰੱਬ ਦਾ ਨਾਮ ਲੈਣ ਵਾਲਾ ਬੰਦਾ ਹਾਂ। ਸੱਪ ਬਣ ਤੂੰ, ਤੇ ਬਣ ਵੀ ਹੁਣੇ ਤੈਨੂੰ ਪਤਾ ਲੱਗੇ। ਤਾਂ ਇਹ ਨੌਖ ਰਾਜਾ ਜੜ ਭਰਤ ਰਿਖੀ ਦੇ ਸ਼ਰਾਪ ਕਾਰਨ ਇੱਕ ਹੰਕਾਰ ਤੇ ਕਾਮ ਦੇ ਫੁਰਨੇ ਕਰਕੇ ਵੇਖੋ
ਤੀਰ ਤੀਰ ਦੇ ਫਾਸਲੇ ਤੇ ਇਨਸਾਨ ਜੱਗ ਕਰੇ, ਅਸਮੇਧ ਜੱਗ, ਉਹ ਜੱਗ ਜਿਹੜਾ ਪਾਂਡਵਾਂ ਨੇ ਕੀਤਾ ਸੀ ਕੁਰੂਕਸ਼ੇਤਰ ਦੇ ਵਿੱਚ ਮਹਾਭਾਰਤ ਦੇ ਯੁੱਧ ਤੋਂ ਬਾਅਦ ਆਪਣੇ ਪਾਪ ਕਰਮਾਂ ਦੀ ਨਿਵਰਤੀ ਵਾਸਤੇ, ਜੀਵ ਹੱਤਿਆ ਦੇ ਦੋਸ਼ ਲਾਉਣ ਵਾਸਤੇ। ਅਤੇ ਉਹ ਕ੍ਰਿਸ਼ਨ ਭਗਵਾਨ ਦੀ ਮਦਦ ਦੇ ਨਾਲ ਵੀ ਪੂਰਾ ਨਹੀਂ ਸੀ ਹੋ ਰਿਹਾ। ਬੜੀ ਮੁਸ਼ਕਿਲ ਬਾਲਮੀਕ ਦੇ ਪੈਰ ਪੁਰ ਫੜੇ, ਉਹਦੇ ਗੋਡੇ ਗਾਡੇ ਕੁੱਟੇ, ਹੱਥ ਪੱਲਾ ਜੋੜਿਆ, ਫਿਰ ਉਹਨੇ ਅਰਦਾਸ ਕੀਤੀ ਅਤੇ ਕਹਿਣ ਲੱਗਾ ਵੀ ਰਾਜਿਆਂ ਪੁਣਿਆਂ ਦਾ ਹੰਕਾਰ ਨਹੀਂ ਕਰੀਦਾ। ਜੇ ਤੁਸੀਂ ਰੋਟੀ ਖਵਾ ਰਹੇ ਹੋ ਤਾਂ ਆਪਣੇ ਪੱਲਿਓਂ ਨਹੀਂ ਖਵਾ ਰਹੇ, ਪਰਮਾਤਮਾ ਦਾ ਦਿੱਤਾ ਦੇ ਰਹੇ ਹੋ, ਜਿਸ ਤਰ੍ਹਾਂ ਮਰਜ਼ੀ ਕੋਈ ਛਕੇ। ਕਿਸੇ ਨੂੰ ਰੋਟੀ ਖਾਂਦਿਆਂ ਵੇਖੀਦਾ ਥੋੜ੍ਹਾ ਆ, ਕੋਈ ਪ੍ਰਸ਼ਾਦਾ ਛਕ ਰਿਹਾ ਉਹਦੇ ਮੂੰਹ ਵੱਲ ਵੇਖੀ ਜਾਓ, ਉਹਦੀਆਂ ਬੁਰਕੀਆਂ ਗਣੀ ਜਾਓ। ਚਲੋ ਜੇ ਤੁਹਾਡੇ ਮਨ ਵਿੱਚ ਭਾਵਨਾ ਹੈ ਕੋਈ ਸਾਧੂ ਸੰਤ ਨੂੰ ਪ੍ਰਸ਼ਾਦਾ ਛਕਾਈਦਾ, ਚੌਂਕੜਾ ਮਾਰ ਕੇ ਪਿਆਰ ਨਾਲ ਉਹਦੇ ਪਾਸ ਬੈਠੀਦਾ, ਕੋਈ ਪ੍ਰਾਹੁਣਾ ਰਿਸ਼ਤੇਦਾਰ ਆਵੇ ਉਹਦੇ ਕੋਲ ਬੈਠ ਕੇ ਗੱਲਾਂ ਬਾਤਾਂ ਕਰੀਦੀਆਂ, ਸਤਿਕਾਰ ਇੱਕ ਵੱਖਰੀ ਚੀਜ਼ ਹੈ। ਪਰ ਇਹ ਥੋੜ੍ਹਾ ਵੀ ਤੁਸੀਂ ਸ਼ੰਕਾ ਕਰੀ ਜਾਓ। ਉਹਨੇ ਕੀ ਕੀਤਾ, ਸੋਚਿਆ ਮਨਾ, ਜੇ ਮੈਂ ਪਰਮਾਤਮਾ ਨੂੰ ਪਹਿਲਾਂ ਖੀਰ ਦਾ ਭੋਗ ਲਵਾਇਆ ਅਤੇ ਕਈ ਵਾਰ ਆ ਜਿਹੜੇ ਪੜ੍ਹੇ ਲਿਖੇ ਲੋਕ ਨੇ, ਅੱਜ ਤਾਂ ਪੇਂਡੂ ਬੰਦੇ ਅਨਪੜ੍ਹ, ਆਪਾਂ ਤਾਂ ਖੀਰ ਕੜਾਹ ਪਹਿਲਾਂ ਹੀ ਖਾਈਦਾ ਹੈ, ਕੋਈ ਮਿੱਠੀ ਚੀਜ਼ ਬਣੀ ਹੋਵੇ, ਕਿਉਂਕਿ ਅਨਪੜ੍ਹ ਜੂ ਹੋਏ। ਕੋਈ ਮਿੱਠੇ ਚੌਲ ਬਣੇ ਨੇ, ਕੜਾਹ ਬਣੇ ਹੈ, ਕੋਈ ਖੀਰ ਬਣੀ ਹੈ, ਅਤੇ ਉਹ ਪਹਿਲਾਂ ਖਾਈਦੀ ਹੈ, ਮਿੱਠੀ ਚੀਜ਼ ਪਹਿਲਾਂ ਛਕੀਦੀ ਹੈ। ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਹਨ ਉਹ ਛੋਟੀ ਜਿਹੀ ਕੌਲੀ 'ਚ ਲਿਆਉਣਗੇ, ਉਹਨੂੰ ਕਹਿੰਦੇ ਨੇ ਡਿਸ਼। ਕੋਈ ਰਸਗੁੱਲਾ ਹੋ ਗਿਆ, ਕੋਈ ਖੀਰ ਹੋ ਗਈ, ਜਾਂ ਕੋਈ ਪ੍ਰਸ਼ਾਦ ਹੋ ਗਿਆ, ਜਾਂ ਕੋਈ ਜਲੇਬੀ ਹੋ ਗਈ। ਉਹਨਾਂ ਨੇ ਸਾਰੀ ਰੋਟੀ ਖਾਣ ਤੋਂ ਬਾਅਦ, ਜਾਂ ਕੋਈ ਆਈਸਕ੍ਰੀਮ ਹੋ ਗਈ, ਉਹਨੂੰ ਕਹਿੰਦੇ ਨੇ ਸਵੀਟ ਡਿਸ਼, ਵੀ ਮਿੱਠਾ ਮੂੰਹ ਕਰ ਲਓ ਬਈ। ਪੜ੍ਹੇ ਲਿਖੇ ਬਾਅਦ 'ਚ ਖਾਂਦੇ ਨੇ ਅਤੇ ਆਪਾਂ ਅਨਪੜ੍ਹ ਹਾਂ, ਆਪਾਂ ਪਹਿਲਾਂ ਹੀ ਵਲੇਟ ਲਈ ਦੀ ਮਿੱਠੀ ਚੀਜ਼, ਜਲੇਬੀ ਹੋਏਗੀ, ਜੋ ਵੀ ਕੁਛ ਹੋਇਆ। ਕਿਉਂ ਰੱਬ ਦਾ ਕੁਛ ਪਤਾ ਨਹੀਂ ਵੀ ਉਹ ਪਹਿਲਾਂ ਖਾਂਦਾ ਹੈ ਕਿ ਬਾਅਦ ਵਿੱਚ ਖਾਂਦਾ। ਜਿਹੜੇ ਸਾਧੂ ਸੰਤ ਨੇ ਜਦ ਵੀ ਉਹ ਪ੍ਰਸ਼ਾਦ ਛਕਦੇ ਹਨ ਤਾਂ ਵਾਹਿਗੁਰੂ ਜੀ ਨੂੰ ਭੋਗ ਲਵਾ ਕੇ ਛਕਦੇ ਨੇ। ਜਦ ਵੀ ਗੁਰੂ ਘਰ ਦੀ ਮਰਜ਼ਾਦਾ ਵੀ ਹੈ ਕਿ ਜਦ ਲੰਗਰ ਨੂੰ ਭੋਗ ਲਵਾਈਦਾ ਹੈ ਅਤੇ ਸਭ ਤੋਂ ਪਹਿਲਾਂ ਕਿਰਪਾਨ ਭੇਟ ਕਰਨ ਲਈ ਮਿੱਠੀ ਚੀਜ਼ ਦੇ ਵਿੱਚ ਕਿਰਪਾਨ ਭੇਟ ਕਰੀਦੀ ਹੈ। ਇਹ ਸਤਿਕਾਰ ਹੈ ਗੁਰੂ ਜੀ ਮਹਾਰਾਜ ਦਾ। ਅਤੇ ਉਹ ਵਾਲਮੀਕ ਜੀ ਕਹਿਣ ਲੱਗੇ ਕਿ ਇੰਨੇ ਪਦਾਰਥ ਬਣੇ ਹੋਏ ਸੀ ਅਤੇ ਮੈਂ ਉਹ ਫੈਸਲਾ ਨਾ ਕਰ ਪਾਇਆ ਕਿ ਮੈਂ ਕਿਹੜੀ ਚੀਜ਼ ਦਾ ਪਹਿਲਾਂ ਭੋਗ ਲਵਾਵਾਂ। ਇਸ ਲਈ ਮੈਂ ਗਤਾਵਾ ਜਿਹਾ ਕਰ ਲਿਆ, ਸਾਰੀਆਂ ਚੀਜ਼ਾਂ ਇਕੱਠੀਆਂ ਹੀ ਕਰ ਲਈਆਂ ਵੀ ਮਹਾਰਾਜ ਦੀ ਮੌਜ ਹੈ, ਸਭ ਨੂੰ ਇਕੱਠੀਆਂ ਦਾ ਹੀ ਭੋਗ ਲਵਾਓ, ਜਿਹੜੀ ਪਸੰਦ ਹੋਊਗੀ ਆਪੇ ਛਕ ਲੈਣਗੇ। ਤੁਸੀਂ ਸ਼ੰਕਾ ਕੀਤੀ ਵੀ ਇਹਨੂੰ ਚੂੜੇ ਨੂੰ ਖਾਣਾ ਵੀ ਨਹੀਂ ਆਇਆ, ਮਾਫ਼ ਕਰਨਾ। ਜਾਤ ਦਾ ਉਹੀ ਸੁਭਾਅ ਰਿਹਾ, ਭਾਵੇਂ ਰਿਖੀ ਬਣ ਗਿਆ, ਨਾਮ ਜਪ ਕੇ ਰਾਜਿਆਂ ਦੇ ਮਹਿਲਾਂ 'ਚ ਨਿਉਂਦਾ ਮਿਲ ਗਿਆ, ਪਰ ਇਹਨੂੰ ਖਾਣ ਦੀ ਜਾਚ ਨਹੀਂ ਆਈ। ਉਹੀ ਗਤਾਵਾ ਜਿਹਾ ਹੱਥ ਦੇ ਨਾਲ ਹੀ। ਪਰ ਜਿਹੜਾ ਹੱਥ ਨਾਲ ਛਕਣ ਦਾ ਆਨੰਦ ਹੈ ਉਹ ਚਮਚਿਆਂ ਦੇ ਨਾਲ ਥੋੜ੍ਹਾ ਆਉਂਦਾ ਹੈ। ਨਿੱਕੀਆਂ ਨਿੱਕੀਆਂ ਚਮਚੀਆਂ ਦੇ ਨਾਲ ਤਾਂ ਉਹੀ ਮਖੌਲ ਜਿਹਾ ਬਣ ਜਾਂਦਾ। ਆਹ ਵੱਡੇ ਵੱਡੇ ਮੰਤਰੀ ਵੀ ਜਦੋਂ ਖਾਂਦੇ ਨੇ ਉਹ ਆਪਣਾ ਪੁਰਾਣਾ ਸੁਭਾਅ ਯੂਪੀ ਬਿਹਾਰ ਵਾਲਾ ਹੱਥਾਂ ਦੇ ਨਾਲ ਹੀ ਖਾਣਾ ਪਸੰਦ ਕਰਦੇ ਨੇ। ਹੱਥਾਂ ਵਾਲੀ ਗੱਲ ਉਹ ਪੁਰਾਣੀ ਕੋਈ ਵੱਖਰੀ ਹੋਈ ਸੀਗੀ। ਤੋ ਇੰਝ ਵਾਲਮੀਕ ਨੂੰ ਉਹਨਾਂ ਦਾ ਸ਼ੰਕਾ ਨਿਵਰਤ ਕੀਤਾ। ਫਿਰ ਉਹਨਾਂ ਨੇ ਭਾਵਨਾ ਦੇ ਨਾਲ ਰਿਸ਼ੀ ਦੇ ਪੈਰ ਪੂਜੇ, ਮੱਥਾ ਟੇਕਿਆ, ਤਾਂ ਉਹਨਾਂ ਦਾ ਜਗ ਸੰਪੂਰਨ ਹੋਇਆ। ਇਹੋ ਜਿਹੇ 101 ਸਮੇਤ ਜਗ ਤੀਰ ਤੀਰ ਦੇ ਫਾਸਲੇ 'ਤੇ ਕੀਤੇ ਜਾਣ ਤਾਂ ਸਵਰਗ ਦੇ ਰਾਜੇ ਇੰਦਰ ਦੀ ਪਦਵੀ ਪ੍ਰਾਪਤ ਹੁੰਦੀ ਹੈ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਵੇਖੋ
ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਹੰਕਾਰ ਦੇ ਵਿੱਚ, ਕਾਮ ਦੇ ਵਿੱਚ ਮਸਤੇ ਹੋਏ ਨੇ, ਜੜ ਪਰ ਤ੍ਰਿਖੀ ਨੂੰ ਲੱਤ ਮਾਰੀ ਅਤੇ ਉਹਦੇ ਨਾਲ ਉਸੇ ਵਕਤ ਹੀ ਐਟ ਦਾ ਸਪੋਰਟ ਬਿਲਕੁਲ ਮੌਕੇ 'ਤੇ, ਇੱਕ ਸਕਿੰਟ ਵੀ ਨਹੀਂ ਬਤੀਤ ਹੋਇਆ, ਇੱਕ ਨਿਮਖ ਖਿਣ ਮਾਤਰ ਦਾ ਸਮਾਂ ਵੀ ਬਹੁਤ ਦੂਰ ਦਾ, ਸਾਧ ਸੰਗਤ ਜੀ ਉਹ ਸੱਪ ਬਣ ਕੇ ਨੀਮ ਖਾਰ ਤੀਰਥ ਦੇ ਉੱਪਰ ਡਿੱਗ ਪਿਆ। ਨੀਮ ਖਾਰ ਤੀਰਥ 'ਤੇ ਸੱਪ ਬਣ ਕੇ ਬੜੀ ਮੁਸ਼ਕਿਲ ਬਣ ਗਈ। ਇਸੇ ਤਰ੍ਹਾਂ ਜਿਹੜਾ ਜੁਜਾਤੀ ਰਾਜਾ ਸੀ, ਜੁਜਾਤੀ ਰਾਜਾ ਵੀ ਸਵਰਗ ਦੇ ਵਿੱਚ ਪਹੁੰਚ ਗਿਆ, ਤੈਨੂੰ ਵੀ ਹੰਕਾਰ ਹੋ ਗਿਆ ਕਿ ਵੇਖੋ ਮੈਂ ਸਵਰਗ ਦਾ ਰਾਜਾ ਬਣ ਗਿਆ। ਹੰਕਾਰ ਦੇ ਕਰਕੇ ਨਾਵੇਂ ਪਾਤਸ਼ਾਹ ਕਹਿੰਦੇ ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁੱਲ ਜਾਤ ਤੇ ਜਿਉ ਕੁੰਚ ਰਿਸਨਾਨ। ਉਸੇ ਵਕਤ ਜੁਜਾਤੀ ਰਾਜੇ ਨੂੰ ਵੀ ਧਰਤੀ 'ਤੇ ਸੁੱਟ ਦਿੱਤਾ ਗਿਆ। ਇਹਦੇ ਦੋਤਰੇ ਤਪ ਕਰ ਰਹੇ ਸੀਗੇ, ਇਹਨੇ ਵੀ 101 ਸਮੇਤ ਜਾ ਕੀਤਾ। ਤੀਰ ਤੀਰ ਦੇ ਫਾਸਲੇ, ਤੀਰ ਛੱਡਣਾ, ਜਿੱਥੇ ਤੀਰ ਡਿੱਗਣਾ ਉੱਥੇ ਜੱਗ ਕਰਨਾ, ਅਤੇ ਸਾਰਾ ਹੀ ਖੂਚ ਪੈ ਗਿਆ ਹੰਕਾਰ ਦੇ ਕਾਰਨ। ਮੁੜ ਕੇ ਇਹਦੇ ਭਣੇਵੇਂ ਉੱਥੇ ਬੈਠੇ ਸੀ ਜਿੱਥੇ ਡਿੱਗਾ, ਕਹਿਣ ਲੱਗੇ ਮਾਮਾ ਜੀ ਤੂੰ ਸਾਡੇ ਕੋਲੋਂ ਪੁੰਨ ਲੈ ਕੇ ਹੁਣ ਫਿਰ ਚੜ੍ਹ ਜਾ। ਕਹਿੰਦਾ ਨਹੀਂ ਬਸ ਹੁਣ ਫਤਿਹ ਹੈ। ਜੇ ਇੰਨਾ ਕੁਛ ਕਰਕੇ ਵੀ ਕਾਮਯਾਬ ਹੋ ਕੇ ਵੀ ਸਫਲਤਾ ਨਹੀਂ ਮਿਲੀ, ਹੁਣ ਆਪਾਂ ਇੱਥੇ ਧਰਤੀ 'ਤੇ ਠੀਕ ਹਾਂ। ਅਤੇ ਵੇਖੋ ਇਨਸਾਨ ਜਿਹੜਾ ਆਮ ਹੈ, ਇਹ ਬੜੇ ਬੜੇ ਵੱਡੇ ਜੱਗ ਕਰਨ ਵਾਲੇ, ਬੜੇ ਤਪ ਕਰਨ ਵਾਲੇ, ਬੜੇ ਅਮੀਰ ਰਾਜੇ ਹੋਏ ਨੇ, ਜਿਨ੍ਹਾਂ ਦੀ ਐਸੀ ਹਾਲਤ ਹੋਈ ਹੈ। ਸਾਡੇ ਵਰਗਿਆਂ ਕੋਲ ਤਾਂ ਪੈਸਾ ਵੀ ਕੋਈ ਨਹੀਂ, ਧਨ ਪੁੰਨ ਵੀ ਨਹੀਂ ਹੈ, ਜੱਗ ਤਾਂ ਭਲਾ ਕੀ ਕਰਨਾ ਬੰਦਾ ਸੋਚ ਵੀ ਨਹੀਂ ਸਕਦਾ। ਫਿਰ ਅਸੀਂ ਹੰਕਾਰ ਦੇ ਸਹਿਤ ਹੋ ਕੇ ਕਿਵੇਂ ਆਪਣਾ ਬਚਾਓ ਕਰ ਸਕਦੇ ਹਾਂ? ਕੋਈ ਬਚਾਅ ਨਹੀਂ ਹੈ। ਭੈਰੋਂ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਭ ਜੀਆਂ ਜਨਤਾ ਦੀਆਂ ਬਿਮਾਰੀਆਂ ਲਿਖੀਆਂ ਨੇ ਕਿ ਕਾਮ ਰੋਗ ਮੈਗਲ ਬਸ ਲੀਨਾ, ਭਵਰ ਰੋਗ ਬਾਸਨ ਰੋਗ ਭਵਰ ਬਿਨਸਾਨੋ। ਜਿਹੜਾ ਹਾਥੀ ਹੈ ਇਹਨੂੰ ਪਰਮਾਤਮਾ ਨੇ ਕਾਮ ਦਾ ਰੋਗ ਲਾਇਆ, ਜਿਹੜਾ ਭੌਰਾ ਹੈ ਇਹਨੂੰ ਸੁਗੰਧੀ ਦਾ ਰੋਗ ਲਾਇਆ ਹੈ, ਅਤੇ ਜਿਹੜੀ ਮੱਛੀ ਹੈ ਇਹਨੂੰ ਜ਼ਬਾਨ ਦਾ ਚਸਕਾ ਲਾ ਦਿੱਤਾ, ਜਿਹੜਾ ਪਤੰਗਾ ਹੈ ਇਹਨੂੰ ਵੇਖਣ ਦਾ ਰੋਗ ਲਾ ਦਿੱਤਾ। ਸਾਰੇ ਇੱਕ ਇੱਕ ਬਿਮਾਰੀ ਕਰਕੇ, ਇੱਕ ਇੱਕ ਰੋਗ ਕਰਕੇ ਮਾਰੇ ਗਏ। ਅਤੇ ਜਿਹੜਾ ਇਨਸਾਨ ਹੈ ਇਹਨੂੰ ਮਹਾਰਾਜ ਨੇ ਹਉਮੈ ਦੀ ਬਿਮਾਰੀ ਲਾਈ ਹੈ। ਹਉਮੈ ਰੋਗ ਮਨੁੱਖ ਅਧੀਨਾ, ਇਹ ਰੋਗ ਬੰਦੇ ਨੂੰ ਦਿੱਤਾ ਹੈ। ਇਹ ਬਹੁਤ ਪ੍ਰਬਲ ਹੈ, ਜੋ ਕਿਸੇ ਵੀ ਤਰੀਕੇ ਦੇ ਨਾਲ ਦੂਰ ਨਹੀਂ ਹੁੰਦਾ। ਸਾਡੇ ਵਰਗਿਆਂ ਨੂੰ ਮੋਟਾ ਹੰਕਾਰ ਹੁੰਦਾ। ਕਈ ਵਾਰ ਸੰਤ ਵੀ ਬਣ ਜਾਏ ਇਨਸਾਨ, ਫਿਰ ਵੀ ਸੂਖਸ਼ਮ ਹਉਮੈ ਮਨ ਵਿੱਚ ਰਹਿ ਜਾਂਦੀ ਹੈ। ਭਾਈ ਗੁਰਦਾਸ ਜੀ ਵੇਖੋ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਬੀਬੀ ਭਾਨੀ ਦੇ ਭਰਾਤਾ ਜੀ ਸਨ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਦੁਨੀਆ ਨੂੰ ਤਾਰ ਰਹੇ ਨੇ, ਧੁਰ ਕੀ ਬਾਣੀ ਦੇ ਲਿਖਾਰੀ ਸਨ। ਅਤੇ ਫਿਰ ਵੀ ਉਹਨਾਂ ਨੂੰ ਸੂਖਸ਼ਮ ਹੰਕਾਰ ਰਹਿਣ ਕਰਕੇ ਅਤੇ ਕਾਸ਼ੀ ਵਿੱਚ 1 ਸਾਲ ਰਹਿਣਾ ਪਿਆ। ਉਹਨਾਂ ਕਰਕੇ ਬੜੀ ਪਰੇਸ਼ਾਨੀ ਹੋਈ, ਬੜੇ ਉਦਾਸੀਨ ਬਿਰਤੀ ਨਾਲ ਰਹੇ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਮੁਸ਼ਕਾਂ ਬਣ ਕੇ ਪੇਸ਼ ਕਰੋ। ਤਾਂ ਭਾਈ ਸਾਹਿਬ ਦੀਆਂ ਮੁਸ਼ਕਾਂ ਬੰਨੀਆਂ ਗਈਆਂ। ਇਹ ਹੰਕਾਰ ਨੇ ਵੇਖੋ ਇਸ ਤਰ੍ਹਾਂ ਕੀਤਾ। ਗੁਰੂ ਸਾਹਿਬ ਦਾ ਆਪਣਾ ਕੌਤਕ ਸੀਗਾ। ਇਹਨਾਂ ਨੇ ਪੰਕਤੀ ਉਚਾਰੀ ਸੀ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਅਤੇ ਗੁਰੂ ਜੀ ਮਹਾਰਾਜ ਜੀ ਨੇ ਮੋਹਰਾਂ ਦੀਆਂ ਠੀਕਰੀਆਂ ਬਣਾ ਦਿੱਤੀਆਂ। ਠੀਕਰੀਆਂ ਵੇਖ ਕਰਕੇ ਭਰਮ ਗਏ
ਅਤੇ ਕਾਬਲ ਦੇ ਵਿੱਚੋਂ ਘੋੜੇ ਖਰੀਦਣ ਗਏ ਸਨ। ਉੱਥੋਂ ਭੱਜ ਕੇ ਕਾਸ਼ੀ ਦੇ ਵਿੱਚ ਚਲ ਕੇ ਲੁਕ ਕੇ ਰਹਿਣ ਲੱਗ ਪਏ। ਰਾਜੇ ਦੀ ਪੂਜਾ ਪ੍ਰਤਿਸ਼ਠਾ ਦੇ ਵਿੱਚ 1 ਸਾਲ ਰਹੇ, ਉੱਥੇ ਕਥਾ ਕਰਦੇ ਰਹੇ। ਵੈਸੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ, ਬੜੀਆਂ ਸੰਗਤਾਂ ਅੰਮ੍ਰਿਤਸਰ ਨਾਲ ਲੈ ਕੇ ਆਏ, ਪਰ ਫਿਰ ਵੀ ਪ੍ਰਕਰਨ ਮੇਰਾ ਚੱਲ ਰਿਹਾ ਹੰਕਾਰ ਦਾ। ਇਉਂ ਭਾਈ ਸਾਹਿਬ ਵਰਗਾ ਇਨਸਾਨ ਸੰਸਾਰ ਵਿੱਚ ਕੋਈ ਪੈਦਾ ਨਾ ਹੋਇਆ ਨਾ ਹੋਣਾ। ਅਤੇ ਪਰ ਵੇਖੋ ਮਹਾਰਾਜ ਦੀ ਮੌਜ ਜਦ ਉਹਨਾਂ ਪਰਖ ਕੀਤੀ ਹੈ ਅਤੇ ਉਹਨਾਂ ਨੂੰ ਵੀ ਸੂਖਸ਼ਮ ਹੰਕਾਰ ਰਹਿ ਗਿਆ। ਆਮ ਇਨਸਾਨ ਦੀ ਤਾਂ ਭਲਾ ਬਾਤ ਕੀ ਹੈ, ਕੋਈ ਵੀ ਵੱਡੇ ਤੋਂ ਵੱਡਾ ਹੈ, ਚੰਗੇ ਤੋਂ ਚੰਗਾ ਹੈ, ਜੇ ਉਹਨੂੰ ਮੋਟਾ ਹੰਕਾਰ ਨਹੀਂ ਤਾਂ ਸੂਖਸ਼ਮ ਜ਼ਰੂਰ ਹੋਏਗਾ। ਇੱਕ ਜਗ੍ਹਾ 'ਤੇ ਆ ਕੇ, ਇੱਕ ਸਟੇਜ 'ਤੇ ਆ ਕੇ ਪੈਸੇ ਦੀ ਕੀਮਤ ਮੁੱਕ ਜਾਂਦੀ ਹੈ। ਬੰਦੇ ਨੂੰ ਨਾ ਪੈਸਾ ਚਾਹੀਦਾ, ਭੁੱਖ ਵੀ ਨਹੀਂ ਲੱਗਦੀ, ਰੋਟੀ ਵੀ ਨਹੀਂ ਚਾਹੀਦੀ, ਕੱਪੜੇ ਦੀ ਵੀ ਨਹੀਂ ਲੋੜ, ਨਾਂਗੇ ਸਾਧੂ ਬਣ ਗਏ, ਮਕਾਨ ਦੀ ਵੀ ਨਹੀਂ ਲੋੜ, ਜਿੱਥੇ ਬੈਠੇ ਚੌਂਕੜਾ ਮਾਰ ਕੇ ਟਾਈਮ ਗੁਜ਼ਾਰ ਦਿੱਤਾ। ਪਰ ਵੇਖੋ ਹੰਕਾਰ ਇੰਨਾ ਪ੍ਰਬਲ ਹੈ ਵੀ ਬੰਦਾ ਮੱਥਾ ਟਿਕਾਉਣ ਤੋਂ ਅੰਗਰੇਜ਼ ਨਹੀਂ ਕਰਦਾ। ਹਰੇਕ ਸਾਧੂ ਚਾਹੇਗਾ ਵੀ ਮੇਰੀ ਪੂਜਾ ਹੋਏ, ਮੈਨੂੰ ਲੋਕ ਮੱਥਾ ਟੇਕਣ। ਸਿੱਧ ਜ਼ੋਰ ਲਾ ਕੇ ਮਰ ਗਏ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੇ ਸਾਡੇ ਕੋਲ ਆਏ ਨੇ ਅਤੇ ਸਾਡੀ ਈਨ ਮੰਨ ਕੇ ਸਾਨੂੰ ਮੱਥਾ ਟੇਕ ਦੇਣ। ਬਸ ਇੱਕੋ ਹੀ ਗੱਲ ਸੀਗੀ। ਗੁਰੂ ਸਾਹਿਬ ਨਾਲ ਵੇਖੋ ਕਿੰਨੀ ਚਰਚਾ ਕੀਤੀ। ਬਾਬੇ ਕੀਤੀ ਸਿੱਧ ਗੋਸ਼ਟ। ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਜੇਹਲਮ ਰੋਹਤਾਸ ਕਿਲ੍ਹਾ ਹੈ, ਉਹਦੇ ਤੋਂ 32-33 ਹਜ਼ਾਰ ਫੁੱਟ ਦੀ ਉਚਾਈ 'ਤੇ ਜੋਗੀਆਂ ਦਾ ਟਿੱਲਾ ਹੈ। ਮੈਂ ਸੁਣ ਰਿਹਾ ਸੀ ਰਾਤ ਹੀ ਕਿ ਸਿੱਧ ਗੋਸ਼ਟ ਜਿਹੜੀ ਬਾਣੀ ਹੈ ਉਸ ਜਗ੍ਹਾ 'ਤੇ ਜੋਗੀਆਂ ਦੇ ਨਾਲ ਗੁਰੂ ਸਾਹਿਬ ਨੇ ਚਰਚਾ ਕਰਦਿਆਂ ਉਚਾਰੀ ਹੈ। ਰਹੋ ਵਿਚਾਰ, ਜਿੱਥੇ ਵੀ ਚਰਚਾ ਹੋਈ ਹੋਵੇ, ਪਰ ਚਰਚਾ ਤਾਂ ਇਸ ਮੁੱਦੇ 'ਤੇ ਹੀ ਸੀਗੀ। ਉਹ ਵੇਖੋ ਨਾਂਗੇ ਸਾਧੂ ਸੀਗੇ, ਕੋਈ ਉਹਨਾਂ ਦਾ ਘਰ-ਬਾਰ ਨਹੀਂ, ਕੋਈ ਉਹਨਾਂ ਦਾ ਕੱਪੜੇ ਨੂੰ ਕੋਈ ਉਹਦਾ ਲਾਲਚ ਨਹੀਂ, ਕੋਈ ਮਕਾਨ ਦੀ ਕੋਈ ਉਹਨਾਂ ਨੂੰ ਲੋੜ ਨਹੀਂ, ਕੋਈ ਰੋਟੀ ਦਾ ਖਿਆਲ ਨਹੀਂ। ਨਾਂਗੇ ਸਾਧੂ ਅਤੇ ਪਹਾੜੀਆਂ ਦੇ ਉੱਪਰ ਦੁਨੀਆ ਤੋਂ ਅਲੱਗ ਰਹਿੰਦੇ ਸਨ, ਆਪਣੇ ਆਪ ਨੂੰ ਨਿਰਮੋਹ ਮੰਨਦੇ, ਪਰ ਪੂਜਾ ਕਰਾਉਣ ਦੀ ਉਹਨਾਂ ਦੇ ਮਨ 'ਚ ਵੀ ਇੱਛਾ ਸੀਗੀ। ਹੰਕਾਰ ਜੋ ਹੁੰਦਾ ਬੰਦੇ ਦੇ ਮਨ 'ਚ। ਕਈ ਵਾਰ ਜੋਗੀ ਗੁਰੂ ਸਾਹਿਬ ਦੇ ਕੋਲ ਭੇਜੇ ਕਿ ਸਾਡੇ ਗੋਰਖ ਨੂੰ ਤੁਸੀਂ ਗੁਰੂ ਸਮਝ ਕੇ ਮੱਥਾ ਟੇਕ ਦਿਓ, ਸਾਡਾ ਮੱਤ ਧਾਰਨ ਕਰ ਲਿਓ। ਸਤਿਗੁਰੂ ਜੀ ਨੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਸਾਰੀ ਚਰਚਾ ਲਿਖੀ ਹੈ। ਜਪਜੀ ਸਾਹਿਬ ਵੀ ਸਾਰੇ ਦਾ ਸਾਰਾ ਉੱਥੇ ਸਿੱਧਾ ਨਾਲ ਚਰਚਾ ਕਰਦਿਆਂ ਹੀ ਮਹਾਰਾਜ ਨੇ ਉਚਾਰਿਆ। ਸਮੇਰ ਪਰਬਤ ਮੰਦਾ ਸੰਤੋਖ ਸਰੰਬਤ ਝੋਲੀ। ਮਾਰੇ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਜੋਗੀ ਹਾਂ, ਸੰਤੋਖ ਦੀਆਂ ਮੰਦਰਾਂ ਨੇ। ਮੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ। ਆਈ ਪੰਥ ਸਭ ਤੋਂ ਵੱਡਾ ਸੀਗਾ, ਜਿਹੜਾ ਸਾਰੀਆਂ ਜਮਾਤਾਂ 'ਚ ਪਰਮਾਤਮਾ ਨੂੰ ਅਸੀਂ ਮੰਨਿਆ ਹੋਇਆ, ਇਹ ਸਾਡਾ ਆਈ ਪੰਥ ਹੈ। ਮਨ ਜੀਤੈ ਜਗ ਜੀਤ, ਜਿਹੜਾ ਮਨ ਨੂੰ ਜਿੱਤਿਆ ਇਹੀ ਅਸਾਂ ਨੇ ਜਗਤ ਨੂੰ ਜਿੱਤਿਆ ਹੈ। ਆਦੇਸ਼ ਤਿਸੇ ਆਦੇਸ਼, ਜਿਹੜੇ ਗੋਰਖ ਵਰਗੇ ਜੋਗੀ ਉਹ ਆਦੇਸ਼ ਆਦੇਸ਼ ਕਹਿੰਦੇ। ਮਹਾਰਾਜ ਕਹਿੰਦੇ ਤਿਸ ਪਰਮਾਤਮਾ ਨੂੰ ਸਾਡੀ ਨਮਸਕਾਰ ਹੈ, ਉਹੀ ਸਾਡਾ ਗੁਰੂ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਤਾਂ ਬੜਾ ਪਹਾੜ ਸੀਗੇ। ਇੱਥੇ ਸਾਡੇ ਮਹਿਤੇ ਦੇ ਕੋਲ ਬਟਾਲੇ ਸ਼ਹਿਰ ਦੇ ਨਜ਼ਦੀਕ ਇੱਕ ਅਚਲ ਬਟਾਲਾ ਸਾਹਿਬ ਹੈ, ਬੜਾ ਪਵਿੱਤਰ ਸਥਾਨ ਹੈ। ਉੱਥੇ ਅਜੇ ਵੀ ਸ਼ਿਵ ਜੀ ਦਾ ਮੰਦਰ ਹੈ। ਸ਼ਿਵ ਜੀ ਦੀ ਮੂਰਤੀ ਪਤਾ ਨਹੀਂ ਕਿੰਨੇ 50, 60, 70 ਫੁੱਟ ਉੱਚੀ ਹੋਏਗੀ, ਏਡੀ ਵੱਡੀ ਹੈ। ਉੱਥੇ ਸਰੋਵਰ ਵੀ ਹੈ, ਸ਼ਿਵਲਿੰਗ, ਸਾਰਾ ਮੰਦਰ ਸ਼ਿਵ ਜੀ ਦਾ ਬਣਿਆ ਹੋਇਆ, ਅਤੇ ਲਾਗੇ ਗੁਰਦੁਆਰਾ ਸਾਹਿਬ ਵੀ ਹੈ।
ਜਿੱਥੇ ਗੁਰੂ ਨਾਨਕ ਸਾਹਿਬ ਜੀ ਆਏ ਉੱਥੇ ਸਿੱਧਾਂ ਨੇ ਕਾਫੀ ਯਤਨ ਕੀਤਾ। ਉੱਥੇ ਮੇਲਾ ਲੱਗਦਾ ਹੁੰਦਾ ਸੀ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਅਤੇ ਉਹਨਾਂ ਨੇ ਹਨੇਰੀ ਚਲਾਈ ਅਤੇ ਬੜੇ ਦਰਖਤ ਭੰਨ ਕੇ ਸੁੱਟ ਦਿੱਤੇ, ਕਬੂਤਰ ਮਾਰਤੇ, ਬੜੀਆਂ ਸ਼ਕਤੀਆਂ ਦਿਖਾਈਆਂ। ਕਾਰਨ ਕੀ ਕਿ ਜਿੰਨੇ ਮੇਲੇ ਦੇ ਲੋਕ ਨੇ ਸਾਡੀਆਂ ਸ਼ਕਤੀਆਂ ਵੇਖ ਕੇ ਸਾਨੂੰ ਮੱਥਾ ਟੇਕਣ, ਸਾਡੀ ਪੂਜਾ ਕਰਨ। ਸਤਿਗੁਰੂ ਨਾਨਕ ਦੇਵ ਜੀ ਆਪਣੀ ਜਗ੍ਹਾ 'ਤੇ ਚੌਂਕੜਾ ਮਾਰ ਕੇ ਬੈਠੇ ਰਹੇ। ਮਰੇ ਹੋਏ ਕਬੂਤਰ ਅਜਿੱਤੇ ਰੰਧਾਵੇ ਨੇ ਜਿਉਂਦੇ ਕਰ ਦਿੱਤੇ। ਮਹਾਰਾਜ ਨੇ ਉਹਨੂੰ ਸ਼ਕਤੀ ਦਿੱਤੀ। ਇੰਝ ਕਾਫੀ ਸਾਖੀ ਉੱਥੇ ਹੋਈ ਹੈ। ਰਹੋ ਵਿਚਾਰ ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਲਿਖਿਆ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਦੀਰਘ ਰੋਗ ਕੈਂਸਰ ਨੂੰ ਕਹਿੰਦੇ ਨੇ। ਜਿਹੜਾ ਫੋੜਾ ਡੂੰਘਾ ਹੀ ਡੂੰਘਾ ਅੱਗੇ ਦੀ ਅੱਗੇ ਚਲਿਆ ਜਾਏ ਅਤੇ ਨਾੜੀਆਂ ਦੇ ਵਿੱਚ ਜਾ ਕੇ ਸਮਾ ਜਾਏ, ਇਲਾਜ ਕੋਈ ਨਾ ਹੋਵੇ, ਉਹ ਨਾਸੂਰ ਬਣ ਜਾਏ, ਉਹਨੂੰ ਦੀਰਘ ਰੋਗ ਕਹਿੰਦੇ ਹਨ। ਇਹ ਕੈਂਸਰ ਦਾ ਰੋਗ ਹੈ ਜਿਹੜਾ ਹਉਮੈ ਦਾ ਹੈ। ਇਹਦਾ ਕੋਈ ਇਲਾਜ ਨਹੀਂ ਹੈ। ਹਾਂ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਣੋ, ਇਤ ਸੰਜਮ ਦੁਖ ਜਾਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਗੁਰੂ ਸਾਹਿਬ ਕਿਰਪਾ ਕਰਕੇ ਆਪਣਾ ਵਾਹਿਗੁਰੂ ਸ਼ਬਦ, ਗੁਰਬਾਣੀ ਸ਼ਬਦ ਬਖਸ਼ ਦੇਣ ਤਾਂ ਇਹਦੇ ਜਾਪ ਦੇ ਨਾਲ ਹਉਮੈ ਦਾ ਰੋਗ ਚਲਿਆ ਜਾਂਦਾ। ਜਿਹੜਾ ਹਉਮੈ ਰੋਗ ਮਨ ਕੋ ਦੀਨਾ, ਜਿਹੜਾ ਇਨਸਾਨ ਨੂੰ ਦਿੱਤਾ ਮਹਾਰਾਜ ਨੇ, ਉਹ ਆਪ ਹੀ ਦਾਰੂ ਦੇ ਕੇ, ਦਵਾਈ ਦੇ ਕੇ ਇਹਨੂੰ ਲਾਭ ਵੀ ਦਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਗੁਰ ਮੰਤਰ ਵਾਹਿਗੁਰੂ ਹੈ, ਇਹਦੇ ਜਪਣ ਤੋਂ ਹਉਮੈ ਹੰਕਾਰ ਦਾ ਨਾਸ ਹੁੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਗਰਭ ਗਹੀ ਲੜੋ ਮੂੜੜੋ ਹਿਓ ਰੇ। ਇਹ ਮੂਰਖ ਜੀਵ ਦਾ ਹਿਰਦਾ ਹੰਕਾਰ ਆਦਿਕਾਂ ਦਾ ਪਕੜਿਆ ਹੋਇਆ ਹੈ। ਜਿਹੜੇ ਵਿਕਾਰ ਨੇ ਇਹ ਕਮਜ਼ੋਰ ਤਾਂ ਮਾੜਾ ਤਾਂ ਕੋਈ ਵੀ ਨਹੀਂ ਹੈ। ਭਾਵੇਂ ਹੰਕਾਰ ਦੀ ਇੱਥੇ ਗੱਲ ਆਈ ਹੈ, ਆਪੋ ਆਪਣੀ ਜਗ੍ਹਾ ਸਾਰੇ ਤਗੜੇ ਨੇ, ਕਿਉਂਕਿ ਇੱਕ ਇੱਕ ਵਿਕਾਰ ਇੱਕ ਇੱਕ ਜੀਵ ਨੂੰ ਮਾਰਨ ਦੇ ਸਮਰੱਥ ਹੈ। ਇਨਸਾਨ ਵਿੱਚ ਤਾਂ ਪੰਜੇ ਹੀ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਤਕੁੰਚਰ ਏਕ ਦੋਖ ਵਿਨਾਸ਼। ਪੰਜ ਦੋਖ ਅਸਾਧ ਜਾਮੈ ਤਾਂ ਕੀ ਕੇਤਗਾਸ। ਜਿਹਦੇ 'ਚ ਪੰਜੇ ਹੀ ਦੋਸ਼ ਨੇ, ਉਹਨਾਂ ਦੀ ਭਲਾ ਬਚਣ ਦੀ ਕੀ ਆਸ ਕੀਤੀ ਜਾ ਸਕਦੀ ਹੈ। ਪਰ ਇਹ ਜਿਹੜਾ ਹੰਕਾਰ ਹੈ ਇਹਦਾ ਇੱਥੇ ਬਚਣਾ ਆ ਰਿਹਾ ਹੈ। ਕੋਈ ਬੰਦਾ ਬਿੱਛੂ ਵੇਚ ਰਿਹਾ ਸੀ। ਬਿੱਛੂ ਉਹਨੇ ਟੋਕਰੇ ਦੇ ਵਿੱਚ ਪਾਏ ਹੋਏ, ਅਤੇ ਕਿਸੇ ਲੈਣ ਵਾਲੇ ਨੇ ਪੁੱਛਿਆ, ਕਹਿੰਦਾ ਵੀ ਇਹਨਾਂ ਦਾ ਕੀ ਰੇਟ ਹੈ। ਉਹ ਕਹਿਣ ਲੱਗਾ ਸਾਰੇ ਰੁਪਈਏ ਰੁਪਈਏ ਦੇ ਹਨ, ਇੱਕੋ ਹੀ ਰੇਟ ਹੈ। ਉਹ ਕਹਿੰਦਾ ਕੋਈ ਛੋਟਾ ਹੈ ਕੋਈ ਵੱਡਾ ਹੈ, ਛੋਟੇ ਦਾ ਰੇਟ ਘੱਟ ਹੋਣਾ ਚਾਹੀਦਾ। ਰੇਟ ਸਾਰਿਆਂ ਦੀ ਇੱਕ ਇੱਕ ਰੁਪਈਆ। ਉਹ ਕਹਿੰਦਾ ਗੱਲ ਇੰਝ ਹੈ, ਜਿਹੜਾ ਤੂੰ ਛੋਟਾ ਸਮਝਦਾ ਹੈ, ਘੱਟ ਰੇਟ ਵਾਲਾ ਸਮਝਦਾ, ਉਹਦੇ ਕੋਲੋਂ ਡੰਗ ਮਰਾ ਕੇ ਵੇਖ ਲੈ। ਜੇ ਡੰਗ ਦੇ ਵਿੱਚ ਕੋਈ ਕਮੀ ਹੋਈ, ਜ਼ਹਿਰ 'ਚ ਕੋਈ ਕਮੀ ਹੋਈ ਤਾਂ ਰੇਟ ਘੱਟ ਦੇ ਦੇਈਂ। ਮਤਲਬ ਡੰਗ ਸਾਰਿਆਂ ਦਾ ਸੇਮ ਹੈ, ਜ਼ਹਿਰ ਸਾਰਿਆਂ ਦੀ ਸੇਮ ਹੈ, ਘੱਟ ਕੋਈ ਵੀ ਨਹੀਂ ਆਪੋ ਆਪਣੀ ਜਗ੍ਹਾ 'ਤੇ। ਪਰ ਹੰਕਾਰ ਦੇ ਵਿੱਚ ਇਨਸਾਨ ਕਮਲਾ ਹੋ ਜਾਂਦਾ ਹੈ। ਮਾਇਆ ਧਾਰੀ ਅਤਨ ਨਾ ਬੋਲਾ, ਸ਼ਬਦ ਨਾ ਸੁਣੀ ਬੋਰੋਲ ਕਚੋਲਾ। ਗੁਰਬਾਣੀ ਦੇ ਸ਼ਬਦ, ਗੁਰੂ ਸਾਹਿਬ ਦੇ ਉਪਦੇਸ਼ ਦਾ ਖਿਆਲ ਨਹੀਂ ਰਹਿੰਦਾ। ਇਹ ਹੰਕਾਰ ਦੇ ਵਿੱਚ ਬਾਬਰਾ ਕਮਲਾ ਹੋਇਆ ਹੈ। ਬਿਨ ਨਾਮੇ ਜੈ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਹਿਓ ਮਹਾਰਾਜ ਰੀ ਮਾਇਓ। ਇਹ ਭਾਈ ਮਹਾਰਾਜ ਪਰਮੇਸ਼ਰ ਦੀ ਪੈਦਾ ਕੀਤੀ ਮਾਇਆ ਇਸ ਜੀਵ ਦੇ ਹਿਰਦੇ ਵਿੱਚ ਵਸ ਰਹੀ ਹੈ। ਡੀਹਰ ਨਿਆਈ ਮੋਹੇ ਫਾਕਿਓ ਰੇ। ਇਹ ਭਾਈ ਇਉਂ ਡੈਣ ਦੀ ਤਰ੍ਹਾਂ ਮਾਇਆ ਦੇ ਮੋਹ ਨੇ ਜੀਵਾਂ ਦੇ ਹਿਰਦੇ ਨੂੰ ਫੱਕ ਲਿਆ।
ਭਾਵ ਖਾ ਲਿਆ ਹੈ। ਆਪਣੇ ਮੋਹ ਰੂਪੀ ਮੂੰਹ ਦੇ ਵਿੱਚ ਪਾ ਕੇ ਇਸ ਜੀਵ ਨੂੰ ਜਾਂ ਸਾਰਿਆਂ ਦਾ ਹੀ ਫੱਕਾ ਮਾਰ ਲਿਆ, ਚੱਬਿਆ ਵੀ ਨਹੀਂ, ਉਹੀ ਫੱਕਾ ਮਾਰ ਕੇ ਗਾਣ ਲਗਾ ਗਈ, ਸਾਰਿਆਂ ਦਾ ਨਾਸ਼ ਕਰ ਦਿੱਤਾ। ਮਾਇਆ ਮਮਤਾ ਮੋਹਣੀ, ਇੰਨੀ ਮੋਹਣੀ ਹੈ ਇਹ ਮਾਇਆ, ਮਮਤਾ ਲਾ ਕੇ ਆਪਣੇ ਦੇ ਵਿੱਚ ਜਿਨ ਵਿਣ ਦੰਤਾਂ ਜਗ ਖਾਇਆ, ਬਿਨਾਂ ਹੀ ਦੰਦਾਂ ਤੋਂ ਬਿਨਾਂ ਹੀ ਚਬਾਉਣ ਤੋਂ ਸਬੂਤਾ ਹੀ ਜੀਵਾਂ ਨੂੰ ਲੰਘਾਈ ਜਾਂਦੀ ਹੈ। ਫਿਰ ਡਕਾਰ ਵੀ ਨਹੀਂ ਮਾਰਦੀ। ਜਿਵੇਂ ਮੱਛੀ ਮਾਸ ਦੇ ਲਾਲਚ ਵਿੱਚ ਕੁੰਡੀ ਨੂੰ ਆਪਣੇ ਮੂੰਹ 'ਚ ਫਸਾ ਲੈਂਦੀ ਹੈ, ਤਾਂ ਝੀਵਰ ਝਾਟੀ ਪਾਣੀ ਤੋਂ ਬਾਹਰ ਕੱਢ ਕੇ ਮਾਰ ਲੈਂਦਾ। ਇੰਝ ਜੀਵਰੂ ਮੱਛੀ ਹੈ, ਪਦਾਰਥਾਂ ਦੇ ਲਾਲਚ, ਵਾਸ਼ਨਾ, ਮੋਹ, ਵਿਸ਼ੇ ਸੁਖ ਰੂਪੀ ਕੁੰਡੀ ਵਿੱਚ ਆਪਣੇ ਹਿਰਦੇ ਰੂਪੀ ਮੁੱਖ ਨੂੰ ਫਸਾ ਲੈਂਦੀ ਹੈ। ਮਛਲੀ ਜਾਲ ਨ ਜਾਣਿਆ ਸਰ ਖਾਰਸ ਗਾਹੋ, ਹੱਥ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ। ਮਛਲੀ ਬੜੀ ਸੋਹਣੀ ਅਤੇ ਸਿਆਣੀ ਤਾਂ ਬਥੇਰੀ ਸੀ, ਪਰ ਭਰੋਸਾ ਕਰ ਗਈ, ਕੁੰਡੀ ਮੂੰਹ 'ਚ ਪਾ ਲਈ, ਮਾਸ ਦੇ ਭੁਲੇਖੇ ਵਿਸ਼ੇ ਸੁਖ ਰੂਪੀ ਕੁੰਡੀ 'ਚ ਆਪਣਾ ਮੂੰਹ ਫਸਾ ਲਿਆ। ਕਾਲ ਰੂਪੀ ਝੀਵਰ ਸਵਾਸਾ ਰੂਪੀ ਪਾਣੀ ਤੋਂ ਬਾਹਰ ਕੱਢ ਕੇ ਫਿਰ ਨੂੰ ਮਾਰ ਲੈਂਦਾ ਹੈ। ਮਹਾਰਾਜ ਕਹਿੰਦੇ ਨੇ, ਡੀਹਰ ਨਿਆਈ ਮੋਹੇ ਫਾਕਿਓ ਰੇ। ਡੀਹਰ ਕਹਿੰਦੇ ਨੇ ਕਬਰ ਨੂੰ, ਜਿਵੇਂ ਕਬਰ ਮੁਰਦਿਆਂ ਨੂੰ ਆਪਣੇ ਵਿੱਚ ਫੱਕ ਲੈਂਦੀ ਹੈ, ਵਿੱਚੇ ਹੀ ਜੀਵ ਸਮਾ ਜਾਂਦੇ ਨੇ, ਪਤਾ ਨਹੀਂ ਕਿੱਧਰ ਜਾਂਦੇ, ਪਿੰਜਰ ਹੀ ਰਹਿ ਜਾਂਦਾ। ਇਉਂ ਕਬਰ ਦੀ ਤਰ੍ਹਾਂ ਮਾਇਆ ਨੇ ਸਭ ਜੀਵਾਂ ਨੂੰ ਆਪਣੇ ਵਿੱਚ ਫੱਕ ਲਿਆ। ਭਾਵ ਮੜੀ ਤਾਂ ਮੋਇਆ ਨੂੰ ਫੱਕਦੀ ਫਸਾਉਂਦੀ ਹੈ, ਪਰ ਮਾਇਆ ਨੇ ਜਿਉਂਦਿਆਂ ਹੀ ਜੀਵਾਂ ਨੂੰ ਆਪਣੇ ਮੋਹ ਦੇ ਵਿੱਚ ਫਸਾ ਲਿਆ ਹੈ। ਰਹਾਉ ਇਹ ਮਾਇਆ ਦੀ ਕਬਰ 'ਚ ਪਏ ਹੋਏ ਇਹੋ ਜਿਹੇ ਸੁੱਤੇ ਨੇ ਗਾੜੀ ਨੀਂਦ, ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਕੀ ਬੋਲ ਰਹੇ ਨੇ। ਸਾਧ ਸੰਗਤ ਕੂਕਾ ਮਾਰ ਰਹੀ ਹੈ, ਉਹਨਾਂ ਨੇ ਗੱਲ ਬਣਾਈ ਹੈ ਕਿ ਜੀ ਇਹ ਤਾਂ ਕਮਜ਼ੋਰ ਬੰਦੇ ਨੇ, ਧਰਮ ਬੰਦੇ ਨੂੰ ਕਮਜ਼ੋਰ ਕਰਦਾ ਹੈ। ਚਾਈਨਾ ਦੇ ਵਿੱਚ ਕੋਈ ਗੁਰਦੁਆਰਾ ਨਹੀਂ, ਕੋਈ ਮੰਦਰ ਨਹੀਂ, ਕੋਈ ਮਸੀਤ ਨਹੀਂ। ਉਹ ਇੰਨੇ ਨਾਸਤਿਕ ਬੰਦੇ ਨੇ, ਰੱਬ ਨੂੰ ਨਹੀਂ ਮੰਨਦੇ। ਅੱਜ ਕੱਲ੍ਹ ਦੇ ਬੱਚਿਆਂ ਨੂੰ ਭਾਵੇਂ ਸਮਝਾਉਣਾ ਸ਼ੁਰੂ ਕਰ ਦਿੱਤਾ। ਹਾਂਗਕਾਂਗ ਦੇ ਵਿੱਚ ਨਿਆਣੇ ਆਉਂਦੇ ਸਨ ਅਤੇ ਉਹ ਚਾਈਨੀਜ਼ ਬੋਲੀ 'ਚ ਆਪਾਂ ਕਿਤਾਬਾਂ ਛਪਾਈਆਂ ਅਤੇ ਉਹਨਾਂ ਦੀ ਕਲਾਸ ਲਈਦੀ ਸੀ। ਉਹਨਾਂ ਨੂੰ ਸਮਝਾਈਦਾ ਸੀ, ਬਈ ਪਰਮਾਤਮਾ ਨੂੰ ਮੰਨੋ, ਰੱਬ ਹੈ ਜਿਹਨੇ ਸਾਨੂੰ ਪੈਦਾ ਕੀਤਾ ਹੈ, ਉਹਦਾ ਨਾਮ ਜਪ ਕੇ ਮਨੁੱਖਾ ਜਨਮ ਸਫਲ ਕਰਨਾ ਚਾਹੀਦਾ, ਸਾਡੇ ਗੁਰੂ ਸਾਹਿਬ ਦੀ ਆਗਿਆ ਹੈ। ਇਉਂ ਅੱਜ ਕੱਲ੍ਹ ਦੇ ਨਿਆਣੇ ਧਰਮ ਨੂੰ ਪੜ੍ਹਦੇ ਨੇ, ਬਕਾਇਦਾ ਯੂਨੀਵਰਸਿਟੀ 'ਚ ਵੀ ਚੇਅਰ ਸਥਾਪਿਤ ਕੀਤੀ ਗਈ ਹੈ ਅਤੇ ਗੁਰਸਿੱਖਾਂ ਦੀ ਉੱਥੇ ਨੌਕਰੀ ਲੱਗੀ, ਸਪੈਸ਼ਲ ਇਹ ਪੜ੍ਹਾਈ ਧਰਮ ਦੀ ਕਰਾਈ ਜਾਂਦੀ ਹੈ ਹਾਂਗਕਾਂਗ ਦੇ ਵਿੱਚ। ਪਰ ਚਾਈਨਾ 'ਚ ਕੋਈ ਆਪਸ਼ਨ ਨਹੀਂ ਹੈ, ਕੋਈ ਅਖਬਾਰ ਨਹੀਂ, ਕੋਈ ਟੀਵੀ ਨਹੀਂ, ਕੋਈ ਵਟਸਐਪ ਨਹੀਂ, ਕੋਈ ਨੈੱਟ ਨਹੀਂ। ਮਤਲਬ ਇਨਸਾਨ ਜਾਗਰੂਕ ਨਾ ਹੋ ਜਾਏ, ਇਸ ਵਾਸਤੇ ਉਹ ਕੰਮ ਜੀ ਕਹਿੰਦੇ ਕੰਮ ਹੀ ਧਰਮ ਹੈ। ਧਰਮ ਦੇ ਨਾਮ ਦੇ ਬੰਦੇ ਦੇ ਵਿੱਚ ਕਮਜ਼ੋਰੀ ਆਉਂਦੀ ਹੈ, ਕੁਛ ਕਰਨ ਨੂੰ ਜੀਅ ਨਹੀਂ ਕਰਦਾ, ਇਸ ਲਈ ਕੰਮ ਕਰੋ ਦਬਲ ਕੇ। ਅਤੇ ਸਭ ਦੁਨੀਆ 'ਚ ਉਹਨਾਂ ਧੁੰਮ ਮਚਾਈ ਹੋਈ ਹੈ, ਸਭਨਾਂ ਨੂੰ ਅੱਗੇ ਲਾਇਆ ਹੋਇਆ। ਇੰਨੇ ਉਹ ਲੋਕ ਚੁਸਤ ਹਨ। ਮਹਾਰਾਜ ਕਹਿੰਦੇ ਵੀ ਇਹ ਜੀਵਾਂ ਨੂੰ ਮਾਇਆ ਨੇ ਇਹੋ ਜਿਹਾ ਆਪਣੇ ਵਿੱਚ ਫਸਾਇਆ ਹੋਇਆ, ਜਿਉਂਦਿਆਂ ਹੀ ਸਮਾਇਆ ਹੋਇਆ ਹੈ, ਜਾਗ ਹੀ ਨਹੀਂ ਆਉਣ ਦਿੰਦੀ। ਕੰਮ ਕਰੋ ਅਤੇ ਪੈਸਾ ਕਮਾਓ। ਲੋਕਾਂ ਨੇ ਪੈਸੇ ਨੂੰ ਭਗਵਾਨ ਮੰਨਿਆ। ਕੋਈ ਵੀ ਦੁਕਾਨਦਾਰ ਤੁਸੀਂ ਵੇਖੋਗੇ, ਉਹ ਸ਼ਟਰ ਨੂੰ ਤਾਂ ਮੱਥਾ ਟੇਕੂਗਾ, ਗੋਲਕ ਦੇ ਅੱਗੇ ਤਾਂ ਧੂਪ ਦਿਖਾਊਗਾ, ਭਾਵੇਂ ਮੰਦਰ ਮਸੀਤ ਗੁਰਦੁਆਰੇ ਨਾ ਹੀ ਜਾਵੇ। ਉਹਦਾ ਕੋਈ ਮਤਲਬ ਨਹੀਂ ਹੈ ਵੀ ਮੱਥਾ ਟੇਕੋ ਜਾਂ ਜਾ ਕੇ ਗੁਰੂ ਘਰ ਰੱਬ ਦਾ ਨਾਮ ਲਓ। ਉਹਨੇ ਆਪਣੇ ਕੰਮ ਨੂੰ ਹੀ ਧੂਪ ਦਿਖਾਉਣੀ ਹੈ। ਇਹੋ ਜਿਹੇ ਜੀਵਾਂ ਨੂੰ ਮੋਹ ਪਾਇਆ ਹੋਇਆ ਹੈ। ਜੇ ਕੋਈ ਬੰਦਾ ਪੁੱਛਣ ਵਾਲਾ ਹੋਵੇ ਵੀ ਇੱਥੋਂ ਕੀ ਮਿਲਣਾ ਹੈ, ਦੇਣ ਵਾਲਾ ਤਾਂ ਵਾਹਿਗੁਰੂ ਪਰਮਾਤਮਾ ਹੈ। ਜਿਹੜੀ ਗੋਲਕ ਹੈ ਭਰਨੀ ਤਾਂ ਰੱਬ ਨੇ ਹੈ, ਅਤੇ ਇਸ ਵਾਸਤੇ ਆਪਣੇ ਆਪ ਗੋਲਕ ਕਿੱਥੋਂ ਆਊਗਾ? ਉਹ ਵਾਹਿਗੁਰੂ ਦੀ ਹੀ ਬਰਕਤ ਹੈ। ਇਸ ਵਾਸਤੇ ਜਿਹੜੇ ਗੁਰਸਿੱਖ ਨੇ ਉਹ ਸਭ ਤੋਂ ਪਹਿਲਾਂ
ਵੇਖੋ ਦਰਬਾਰ ਸਾਹਿਬ ਦੇ ਜਿੰਨੇ ਵੀ ਸਵਈਏ ਪੜ੍ਹਨ ਵਾਲੇ ਗੁਰਮੁਖ ਨੇ ਉਹ ਸਾਰੇ ਕਾਰੋਬਾਰਾਂ ਵਾਲੇ ਨੇ। ਕਈਆਂ ਦਾ ਰੁਮਾਲਿਆਂ ਦਾ ਹੈ, ਕੋਈ ਕੁਛ ਕਾਰੋਬਾਰ ਕਰਦਾ, ਸਭ ਬਿਜ਼ਨਸਮੈਨ ਹਨ। ਪਰ ਅੰਮ੍ਰਿਤ ਵੇਲੇ ਜਾ ਕੇ ਜ਼ਬਾਨੀ ਸਤਿਗੁਰੂ ਮਹਾਰਾਜ ਦੀ ਹਾਜ਼ਰੀ ਭਰ ਕੇ ਸਵਈਏ ਪੜ੍ਹਨੇ। ਉਹ ਕੋਈ ਨੌਕਰੀ ਵਾਲੇ ਜਾਂ ਕੋਈ ਮੁਲਾਜ਼ਮ ਨਹੀਂ ਹਨ, ਸਭ ਆਮ ਕਾਰੋਬਾਰ ਵਾਲੇ ਦੁਕਾਨਦਾਰ ਹਨ। ਸੋ ਜਿੱਥੇ ਵੀ ਸਿੱਖ ਬੈਠਾ ਹੈ ਉੱਥੇ ਗੁਰੂ ਘਰ ਬਣਾ ਕੇ ਬੈਠਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਮਰਿਆਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਥੋਂ ਦਾ ਜਿਹੜਾ ਵੀ ਉਦਘਾਟਨ ਕਰਾਏ, ਕਿਸੇ ਵੀ ਦੁਕਾਨ ਦੇ ਵਿੱਚ ਅਰਦਾਸ ਕਰਾਏ, ਉਹਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਹੈ ਵੀ ਸਭ ਤੋਂ ਪਹਿਲਾਂ ਆਉਂਦਿਆਂ ਸਾਰ ਕਿਹੜਾ ਗਾਹਕ ਆਉਂਦਾ ਹੈ, ਆਉਂਦਿਆਂ ਸਾਰ ਕਿਹੜਾ ਗਾਹਕ ਆਉਂਦਾ, ਕਿੰਨੀ ਕੁ ਭੀੜ ਹੋ ਜਾਂਦੀ ਹੈ। ਜਪਜੀ ਸਾਹਿਬ ਦਾ ਪਾਠ ਕਰੋ ਘੱਟੋ ਘੱਟ, ਜਿਹੜਾ ਤੁਹਾਡਾ ਕੰਮ ਵਾਲਾ ਆਸਣ ਉਹਦੇ 'ਤੇ ਬੈਠ ਕੇ ਮਹਾਰਾਜ ਦੀ ਬਾਣੀ ਦੀ ਬਰਕਤ ਹੈ। ਜੇ ਟਾਈਮ ਹੈ ਤਾਂ ਸੁਖਮਨੀ ਸਾਹਿਬ ਦਾ ਪਾਠ ਕਰੋ, ਬਰਕਤ ਪਾਉਣੀ ਹੈ ਗੁਰਬਾਣੀ ਨੇ। ਇਸ ਵਾਸਤੇ ਇਹ ਮਾਇਆ ਨੂੰ ਜੀਵਾਂ ਨੇ ਸੋ ਮੋਹ ਦੇ ਵਿੱਚ ਸਮਝ ਲਓ ਵੀ ਪਕੜਿਆ ਹੋਇਆ, ਸਮਝਦੇ ਨੇ ਵੀ ਅਸੀਂ ਪਕੜਿਆ ਹੋਇਆ ਹੈ, ਪਰ ਮਾਇਆ ਨੇ ਪਲ 'ਚ ਪਲ ਸਗਲੀ ਮੋਹੀ ਝੂਠਾ ਤੰਦਰ ਮੋਹ ਆਪਦੇ ਮੋਹ ਦੇ ਵਿੱਚ ਜਿਉਂਦਿਆਂ ਨੂੰ ਫਸਾਇਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਕਣੋ 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 ਸਦ ਲੂੜੈ। ਜਿੰਨਾ ਮਰਜ਼ੀ ਪੈਸਾ ਆ ਜਾਏ, ਜਿੰਨੀ ਮਰਜ਼ੀ ਜ਼ਮੀਨ ਬਣ ਜਾਏ, ਜਿੰਨੇ ਮਰਜ਼ੀ ਘਰ-ਬਾਰ ਬਣ ਜਾਣ, ਅੱਜ ਕੱਲ੍ਹ ਦਾ ਮਾਹੌਲ ਹੀ ਐਸਾ ਹੈ ਕਿ ਸਾਡਾ ਮਨ ਤ੍ਰਿਪਤੀ ਨਹੀਂ ਹੁੰਦਾ। ਪਤਾ ਨਹੀਂ ਖਰਚੇ ਅਸੀਂ ਇੰਨੇ ਵਧਾ ਲਏ ਨੇ। ਇਹ ਜੀਵ ਹਰ ਵਕਤ ਬਹੁਤੇ ਹੀ ਪਦਾਰਥ ਚਾਹੁੰਦਾ ਵੀ ਇੱਧਰੋਂ ਵੀ ਆ ਜਾਏ, ਉੱਧਰੋਂ ਵੀ ਆ ਜਾਏ, ਅਤੇ ਬਹੁਤੇ ਸੁੱਖ ਚਾਹੁੰਦਾ ਹੈ, ਬਹੁਤਾ ਜ਼ਿੰਦਗੀ ਜਿਉਣਾ ਚਾਹੁੰਦਾ, ਹਮੇਸ਼ਾ ਹੀ ਚਾਹੁੰਦਾ ਰਹਿੰਦਾ ਕਿ ਮੈਂ ਬਹੁਤਾ ਲੰਬਾ ਸਮਾਂ ਜ਼ਿੰਦਗੀ ਜੀਵਾਂ, ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਅਤੇ ਪੈਸੇ ਨੂੰ ਭਗਵਾਨ ਮੰਨ ਕੇ ਮੈਂ ਪੈਸੇ ਦੀ ਪੂਜਾ ਕਰਾਂ ਅਤੇ ਪੈਸੇ ਦੇ ਨਾਲ ਹੀ ਮੈਨੂੰ ਸੁੱਖ ਮਿਲ। ਇਹ ਸਾਡੇ ਮਨ ਦਾ ਭੁਲੇਖਾ ਹੈ। ਪੈਸਾ ਭਗਵਾਨ ਨਹੀਂ, ਜਾਂ ਪੈਸੇ ਨਾਲ ਸੁੱਖ ਨਹੀਂ। ਪੈਸੇ ਤੋਂ ਬਗੈਰ ਵੀ ਮਹਾਰਾਜ ਸੁੱਖ ਦੇ ਸਕਦਾ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ, ਜਿਨ੍ਹਾਂ 7 ਲੱਖ ਰੁਪਈਆ ਕੈਸ਼ ਅਤੇ 7 ਲੱਖ ਦਾ ਖਜ਼ਾਨਾ, 14 ਲੱਖ ਗਿਣ ਕੇ ਸਾਰਾ ਕੁਛ ਹੀ ਸਤਲੁਜ ਦੀ ਭੇਟਾ ਕਰ ਦਿੱਤਾ। ਇਹ ਸੰਗਤ ਦੀ ਕਿਰਤ ਕਮਾਈ ਦਸਵੰਧ ਦੀ ਮਾਇਆ ਹੈ। ਤੁਰਕ ਅਤੇ ਪਹਾੜੀਆਂ ਦੇ ਹੱਥ ਨਾ ਆ ਜਾਏ। ਮਹਾਰਾਜ ਨੇ ਸਤਲੁਜ ਨੂੰ ਆਖਿਆ, ਭਾਈ ਮਿੱਤਰਾ, ਆਪਾਂ ਚੱਲ ਤੇ ਭਲੇ ਤੂੰ ਵਸਦਾ ਭਲਾ, ਜਦੋਂ ਲੋੜ ਹੋਊਗੀ ਮੇਰੇ ਪੁੱਤ ਖਾਲਸੇ ਨੂੰ, ਉਦੋਂ ਤੋਂ ਇਹਨੂੰ ਧੋ ਕੇ ਸਾਫ਼ ਕਰਕੇ ਨਿਰਮਲ ਕਰਕੇ ਦੇ ਦੇਈ। ਮਾਤਾ ਜੀ ਨੇ ਬੇਨਤੀ ਵੀ ਕੀਤੀ ਵੀ ਗੁਰੂ ਸਾਹਿਬ ਜੀ, ਤੁਹਾਡੇ ਨਾਲ ਇੰਨੇ ਗਰੀਬ ਸਿੱਖ ਹਨ, ਇਹਨਾਂ ਵਿਚਾਰਿਆਂ ਦੇ ਘਰ-ਬਾਰ ਨਹੀਂ ਹਨ, ਇਹਨਾਂ ਨੂੰ ਚੁਕਾ ਦਿਓ ਥੋੜ੍ਹੀ ਥੋੜ੍ਹੀ ਕਰਕੇ, ਇਹ ਆਪੋ ਆਪਣੇ ਘਰ-ਬਾਰ ਬਣਾ ਲੈਣ। ਤੁਹਾਡੇ ਮਗਰ ਮਗਰ ਤੁਰੇ ਫਿਰਦੇ, ਤੁਹਾਡੇ ਕੋਲ ਰਹਿੰਦੇ ਨੇ, ਇਹ ਆਪਣੇ ਬੱਚਿਆਂ ਨੂੰ ਦੇ ਆਉਣ। ਮਹਾਰਾਜ ਕਹਿੰਦੇ, ਮਾਤਾ ਜੀ ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰਨਾ ਚਾਹੋਗੇ? ਮਾਤਾ ਜੀ ਕਹਿੰਦੇ, ਵਾਹਿਗੁਰੂ ਵਾਹਿਗੁਰੂ। ਪਾਤਸ਼ਾਹ ਕਹਿੰਦੇ ਵੀ ਇਹ ਜ਼ਹਿਰ ਦੀ ਤਰ੍ਹਾਂ ਇਕੱਲੇ ਬੰਦੇ ਵਾਸਤੇ, ਜੇ ਸਾਰਿਆਂ 'ਚ ਸਾਂਝੀ ਵਰਤੀ ਜਾਏ ਅਤੇ ਬਾਣੀ ਪੜ੍ਹ ਕੇ ਇਹਨੂੰ ਧਾਰਨ ਕੀਤਾ ਜਾਏ, ਤਾਂਹੀਓ ਸਾਧ ਸੰਗਤ ਦੇ ਵਿੱਚ ਕਥਾ ਕੀਰਤਨ ਤੋਂ ਬਾਅਦ, ਕੋਈ ਸੇਵਾ ਤੋਂ ਬਾਅਦ ਹੀ ਸਭ ਕੁਛ ਵਰਤਾਇਆ ਜਾਂਦਾ ਹੈ। ਅਤੇ ਇਸ ਲਈ ਇਹ ਨਿਰਮਲ ਬਣ ਜਾਂਦੀ ਹੈ। ਅਤੇ ਜੇ ਇਕੱਲਾ ਕੋਈ ਧਾਰਨ ਕਰੇ ਉਹਦੇ ਵਾਸਤੇ ਨੁਕਸਾਨ ਵਾਲੀ ਹੈ। ਅਤੇ ਇਸ ਲਈ ਮੈਂ ਇਹਨਾਂ ਦਾ ਭਲਾ ਚਾਹੁੰਦਾ ਹਾਂ। ਇਹਨਾਂ ਦੇ ਕੋਲੋਂ ਬਹਾਦਰੀ ਦੇ ਕਾਰਨਾਮੇ ਕਰਾਉਣੇ ਨੇ। ਇਹ ਖਾਣ ਦੇ ਨਾਲ ਬੰਦੇ 'ਚ ਕਮਜ਼ੋਰੀ ਆ ਜਾਂਦੀ ਹੈ, ਬਹਾਦਰਪੁਣਾ ਖਤਮ ਹੋ ਜਾਂਦਾ। ਇਹਨਾਂ ਨੂੰ ਸੂਰਮੇ ਬਣਾਉਣਾ, ਬਾਣੀ ਪੜ੍ਹਨ ਨੂੰ ਜੀਅ ਨਹੀਂ ਕਰਦਾ। ਇਸ ਵਾਸਤੇ ਮਹਾਰਾਜ ਨੇ ਆਖਿਆ ਵੀ ਇਹ ਹੈ ਇਹਨਾਂ ਦੀ, ਪਰ ਕਿਤੇ ਮੌਕਾ ਬਣੇਗਾ ਫਿਰ ਇਹਨਾਂ ਨੂੰ ਦਿਆਂਗੇ। ਤੋ ਸਤਲੁਜ ਦੀ ਭੇਟਾ ਕਰਕੇ ਆ ਮਹਾਰਾਜ ਉੱਥੋਂ ਨਿਕਲ ਆਏ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜੁੱਤੀ ਵੀ ਨਹੀਂ ਪੈ ਰਹੀ, ਉਹ ਵੀ ਚਮਕੌਰ ਦੀ ਗੜੀ ਦੇ ਵਿੱਚ ਹੀ ਲਾ ਦਿੱਤੀ ਸੀ ਕਿ ਸਿੰਘਾਂ ਦੇ ਕੇਸਾਂ ਦੇ ਨਾਲ ਚਮੜੇ ਦਾ ਜੋੜਾ ਲੱਗਣ ਤੋਂ
ਸਿੰਘਾਂ ਦੇ ਕੇਸਾਂ ਦੀ ਦਸਤਾਰਾਂ ਦੀ ਬੇਦਬੀ ਹੋਏਗੀ। ਤੇ ਘੋੜਾ ਘੜਾ ਵੀ ਕਿੱਥੇ ਸੀਗਾ, ਉਹ ਹੀ ਬਸ ਉਹ ਹੀ ਤੁਰ ਆਏ ਨੰਗੇ ਪੈਰੀ। ਸਿੰਘਾਂ ਨੇ ਆਖਿਆ ਵੀ ਮਹਾਰਾਜ ਵੀ ਜੁੱਤੀ ਤਾਂ ਪਾ ਲਓ। ਮਹਾਰਾਜ ਕਹਿੰਦੇ ਨਹੀਂ ਬਈ, ਮੇਰੇ ਜਿਹੜੇ ਖਾਲਸੇ ਹਨ ਇਹ ਉੱਥੇ ਯੁੱਧ ਕਰਦੇ ਹੋਏ ਸੂਰਮਗਤੀ ਨੂੰ ਪ੍ਰਾਪਤ ਹੋਏ ਲੇਟੇ ਹੋਣਗੇ ਅਤੇ ਹਨੇਰਾ ਹੈ, ਚਾਹੁੰਦਿਆਂ ਹੋਇਆਂ ਵੀ ਜੂੜਾ ਲੱਗ ਜਾਏਗਾ ਅਤੇ ਨਾ ਚਾਹੁੰਦਿਆਂ ਹੋਇਆਂ ਵੀ ਬੇਦਬੀ ਹੋਊਗੀ। ਇਸ ਵਾਸਤੇ ਸਿੰਘਾਂ ਦੀਆਂ ਦਸਤਾਰਾਂ ਉਹਨਾਂ ਕੇਸਾਂ ਦੀ ਬੇਦਬੀ ਨਾ ਹੋਏ ਅਤੇ ਨੰਗੇ ਪੈਰੀਂ ਜਾਵਾਂਗੇ। ਕਹਿੰਦੇ ਮਹਾਰਾਜ ਕੰਡੇ ਨੇ, ਰਸਤੇ 'ਚ ਰੋੜੇ, ਪਤਾ ਨਹੀਂ ਜਾਣਾ ਕਿੱਥੇ ਹੈ। ਮਹਾਰਾਜ ਕਹਿੰਦੇ ਨਹੀਂ, ਸਿੰਘਾਂ ਦੀ ਕੇਸਾਂ ਦੀ ਬੇਦਬੀ ਨਹੀਂ ਕਰਨੀ। ਅਤੇ ਇਉਂ ਮਹਾਰਾਜ ਨੰਗੇ ਪੈਰੀਂ ਨਿਕਲੇ ਸੀਗੇ। ਚੋਲਾ ਵੀ ਜਾਮਾ ਵੀ ਲੀਰੋ ਲੀਰੋ ਹੋ ਗਿਆ, ਕੰਡਿਆਂ ਦੇ ਵਿੱਚ ਝਾੜੀਆਂ ਦੇ ਵਿੱਚ ਅੜ ਕੇ ਉਹ ਫਟ ਗਿਆ ਸੀਗਾ। ਅਤੇ ਸਿਰਹਾਣਾ ਵੀ ਕੋਈ ਨਹੀਂ, ਪਤਾ ਨਹੀਂ ਰੋਟੀ ਵੀ ਕਦੋਂ ਦੀ ਖਾਧੀ ਨਹੀਂ ਖਾਧੀ। 8 ਮਹੀਨੇ ਦਾ ਘੇਰਾ ਪਿਆ ਰਿਹਾ, ਕਦੋਂ ਦਾ ਪਾਣੀ ਪੀਤਾ ਨਹੀਂ ਪੀਤਾ। ਉਹ ਵੀ ਖੂਹ ਤੋਂ ਦਿਨ ਚੜ੍ਹੇ, ਗੁਲਾਬੀ ਪੰਜਾਬੀ ਦਾ ਖੂਹ ਸੀਗਾ। ਅਤੇ ਮਨ ਨੇ ਆਖਿਆ ਵੀ ਪਾਣੀ ਦਾ ਪਿਆਓ ਬਈ। ਉਹ ਪਿਆਰੇ ਦਿਆਸੋਂ ਨੇ ਕੱਢ ਕੇ ਪਿਆਇਆ ਸੀਗਾ ਜਦੋਂ ਸਿੰਘ ਅੰਮ੍ਰਿਤ ਵੇਲੇ ਆਏ। ਜਦੋਂ ਰਾਤ ਗੁਰੂ ਸਾਹਿਬ ਬਿਰਾਜੇ ਸਨ ਟਿੰਡ ਦਾ ਸਿਰਹਾਣਾ ਲਾ ਕੇ, ਉਦੋਂ ਵੇਖੋ ਕਿੰਨਾ ਦੁੱਖ ਭਰਿਆ ਸਮਾਂ ਸੀਗਾ। ਅਤੇ ਸੱਚੇ ਪਾਤਸ਼ਾਹ ਫਿਰ ਵੀ ਪ੍ਰਸੰਨ ਰਹੇ। ਸ਼ਬਦ ਉਚਾਰਿਆ, ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਗੇੜਿਆਂ ਦਾ ਰਹਿਣਾ। ਇਹ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਵਸਥਾ ਹੈ। ਗੁਰੂ ਸਾਹਿਬ ਕੀ ਕਾਰਨਾਮੇ ਕਰ ਗਏ। ਮਹਾਰਾਜ ਦੇ ਸਾਹਿਬਜ਼ਾਦੇ ਛੋਟੇ ਛੋਟੇ ਨਿੱਕੇ ਨਿੱਕੇ ਨਿਆਣੇ ਵੇਖੋ, ਟੌਫੀ ਦੇ ਕੇ ਜੋ ਮਰਜ਼ੀ ਕਰਾ ਲਓ ਨਿਆਣਿਆਂ ਕੋਲੋਂ। ਆ ਤੁਸੀਂ ਪੜ੍ਹਦੇ ਹੋ ਅਖਬਾਰਾਂ 'ਚ, ਕਈਆਂ ਦਾ ਨੁਕਸਾਨ ਹੋ ਜਾਂਦਾ ਵਿਚਾਰਿਆਂ ਦਾ। ਮਤਲਬ ਜਿਹੜਾ ਬਚਪਨ ਹੈ ਇਹਨੂੰ ਖਾਣ ਦਾ ਬੜਾ ਲਾਲਚ ਹੁੰਦਾ। ਰੁਪਈਆ ਦਿਖਾਓ, ਜਿੱਦੋਂ ਨੂੰ ਮਰਜ਼ੀ ਲੈ ਜਾਓ। ਪਰ ਉਹ ਕਿਹੋ ਜਿਹੇ ਸਾਹਿਬਜ਼ਾਦੇ ਸੀ ਵੇਖ ਲਓ, ਇੰਨਾ ਲਾਲਚ ਦਿੱਤਾ ਉਹਨਾਂ ਨੂੰ, ਪਰ ਕਮਾਲ ਦੀ ਬਿਰਤੀ। ਤਾਂ ਹੀ ਉਹਦਾ ਉਹਨਾਂ ਨੂੰ ਬਾਬਾ ਆਖਿਆ ਗਿਆ। ਕਈ ਕਹਿੰਦੇ ਆਖਿਆ ਜੀ ਚਿਲਡਰਨ ਡੇ ਸਾਹਿਬਜ਼ਾਦਿਆਂ ਦਾ ਮਨਾਉਣਾ ਚਾਹੀਦਾ। ਸਾਹਿਬਜ਼ਾਦਿਆਂ ਦਾ ਚਿਲਡਰਨ ਡੇ ਥੋੜ੍ਹਾ ਹੈ, ਸਾਹਿਬਜ਼ਾਦਿਆਂ ਦਾ ਤਾਂ ਬਾਬਾ ਡੇ ਮਨਾਓ। ਉਹ ਤਾਂ ਦਾਦੇ ਨੇ, ਸਾਡੇ ਬਾਬੇ ਹਨ। ਛੋਟੀ ਉਮਰ ਦੇ ਵਿੱਚ ਇਹੋ ਜਿਹੀ ਬਿਰਤੀ, ਇਹੋ ਜਿਹੀ ਸੋਚ। ਬੰਦੇ ਦੀ ਸਾਰੀ ਉਮਰ ਗੁਜ਼ਰ ਜਾਂਦੀ ਪਰ ਉਹਦੇ ਮਨ 'ਚੋਂ ਲਾਲਚ ਨਹੀਂ ਜਾਂਦਾ। ਇੱਧਰੋਂ ਵੀ ਆ ਜਾਏ, ਉੱਧਰੋਂ ਵੀ ਆ ਜਾਏ, ਆਹ ਵੀ ਮਿਲ ਜਾਏ, ਉਹ ਵੀ ਮਿਲ ਜਾਏ। ਪਰ ਉਹਨਾਂ ਦੀ ਕਿੰਨੀ ਉੱਚੀ ਅਵਸਥਾ ਵੇਖੋ। ਰਾਜ ਭਾਗ ਨੂੰ ਉਹਨਾਂ ਠੋਕਰ ਮਾਰੀ ਅਤੇ ਕਿੰਨੇ ਲਾਲਚ ਦਿੱਤੇ। ਕਹਿੰਦੇ ਤੁਹਾਡੀਆਂ ਸ਼ਾਦੀਆਂ ਕਰਾ ਕੇ ਨਵਾਬਜ਼ਾਦੇ ਤੁਹਾਨੂੰ ਬਣਾਵਾਂਗੇ, ਤੁਹਾਨੂੰ ਜਗੀਰਦਾਰ ਸੂਬੇਦਾਰ ਬਣਾਵਾਂਗੇ। ਉਹਨਾਂ ਜੁੱਤੀ ਦੀ ਨੋਕ ਦੇ ਅੱਗੇ ਠੁਕਰਾਇਆ, ਜੁੱਤੀ ਧਰਤੀ 'ਤੇ ਮਾਰ ਕੇ ਆਖਿਆ ਤੁਹਾਡੀ ਸ਼ਰ੍ਹਾ ਅਤੇ ਤੁਹਾਡੇ ਲਾਲਚਾਂ ਦੇ ਜੁੱਤੀ। ਫਿਰ ਡਰਾਵਾ ਦਿੱਤਾ ਵੀ ਤੁਹਾਨੂੰ ਮਾਰ ਦਿਆਂਗੇ। ਕਹਿੰਦੇ ਇਹਦੇ ਤੋਂ ਵੱਧ ਹੋਰ ਤੁਸੀਂ ਕੀ ਕਰ ਸਕਦੇ ਹੋ। ਸਰੀਰ ਤਾਂ ਸਾਡੇ ਖਤਮ ਹੋ ਜਾਣਗੇ ਪਰ ਸਾਡੀ ਸੋਚ ਨੂੰ ਤੁਸੀਂ ਕੁਚਲ ਨਹੀਂ ਸਕਦੇ। ਜਿਹੜੀ ਸੋਚ ਹੈ ਇਹ ਰਹਿੰਦੀ ਦੁਨੀਆ ਦਾ ਕਾਇਮ ਰਹੇਗੀ। ਇੱਥੋਂ ਖਾਲਸਾ ਪਾਵਰ ਲਏਗਾ। ਅਤੇ ਇਸ ਵਾਸਤੇ ਧਰਮ ਕਮਾ ਗਏ, ਨੀਹਾਂ ਵਿੱਚ ਜਿੰਦੇ ਚਿਣ ਕੇ ਆਪਣੇ ਆਪ ਨੂੰ ਸ਼ਹੀਦ ਕਰਵਾਇਆ। ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਲੈਂਦਿਆਂ ਜਕਾਰੇ ਛੱਡਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਇਹ ਸਾਡਾ ਇਤਿਹਾਸ ਹੈ, ਸਾਡੇ ਬਜ਼ੁਰਗਾਂ ਦੀ ਬਿਰਤੀ ਹੈ। ਅਸੀਂ ਕਿੱਥੇ ਖੜ੍ਹੇ ਹਾਂ। ਸੱਚਮੁੱਚ ਹੀ ਆਪਾਂ ਗੁਰਦੁਆਰੇ ਦੇ ਬੰਦੇ ਹਾਂ ਜਾਂ ਗਾਤਰੇ ਵਾਲੇ ਅੰਮ੍ਰਿਤਧਾਰੀ ਸਿੰਘ ਹਾਂ। ਸੱਚਮੁੱਚ ਹੀ ਆਪਾਂ ਗੁਰਸਿੱਖ ਹਾਂ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਤੇ ਸਾਹਿਬਜ਼ਾਦਿਆਂ ਦੇ ਆਪਾਂ ਵਾਰਸ ਹਾਂ, ਅਤੇ ਆਪਾਂ ਕਿੱਥੇ ਖੜ੍ਹੇ ਹਾਂ। ਗੁਰੂ ਮਹਾਰਾਜ ਦੀ ਸੋਚ ਕੈਸੀ ਸੀਗੀ। ਬਾਣੀ ਸਾਨੂੰ ਕੀ ਕਹਿ ਰਹੀ ਹੈ, ਧਿਆਨ ਨਾਲ ਸੁਣੋ। ਕਣੋ 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 ਸਦ ਲੂੜਾ। ਇਹ ਜੀਵ ਹਰ ਵਕਤ ਬਹੁਤੇ ਪਦਾਰਥਾਂ ਨੂੰ ਚਾਹੁੰਦਾ ਹੈ। ਭਾਵੇਂ ਕੀੜੇ ਪੈ ਜਾਣ, ਘੁਣ ਲੱਗ ਜਾਏ, ਖੇ ਖਰਾਬ ਹੋ ਜਾਏ, ਉੱਲੀ ਲਾ ਕੇ ਚੀਜ਼ ਕਾਲੀ ਹੋ ਜਾਏ, ਪਰ ਕਿਸੇ ਨੂੰ ਦੇਣੀ ਨਹੀਂ ਹੈ। ਇੰਨਾ ਵੀ ਲਾਲਚ ਕਾਹਦਾ ਹੋਇਆ। ਬਹੁਤੇ ਸੁੱਖ ਚਾਹੁੰਦਾ ਹੈ
ਤੇ ਬਹੁਤਾ ਜ਼ਿੰਦਗੀ ਜਿਉਣਾ ਚਾਹੁੰਦਾ ਹੈ, ਹਮੇਸ਼ਾ ਹੀ ਇਹ ਚੀਜ਼ਾਂ ਚਾਹੁੰਦਾ ਹੈ। ਇਸੇ ਪ੍ਰਕਾਰ ਘਣੋ 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 ਸਾਧ ਲੋੜਾ। ਜਦੋਂ ਤਾਂ ਸੀ ਬਾਲਕ ਅਵਸਥਾ, ਤੇ ਉਸ ਅਵਸਥਾ ਦੇ ਵਿੱਚ ਬਹੁਤੇ ਪਦਾਰਥਾਂ ਨੂੰ ਇਹ ਖਾਣਾ ਚਾਹੁੰਦਾ ਸੀ। ਫਿਰ ਮੁੜ ਕੇ ਜਵਾਨੀ ਆ ਗਈ, ਜਵਾਨੀ ਦੇ ਵਿੱਚ ਵੀ ਬਹੁਤੇ ਪਦਾਰਥ ਹੁਣ ਬੱਚਿਆਂ ਲਈ ਵੀ ਚਾਹੀਦੇ, ਘਰ ਵਾਲੀ ਨੂੰ ਵੀ ਚਾਹੀਦਾ, ਮਾਂ ਪਿਓ ਵੀ ਬਜ਼ੁਰਗ ਹੋ ਗਏ। ਪਹਿਲਾਂ ਤਾਂ ਆਪ ਦਾ ਫਿਕਰ ਸੀਗਾ ਵੀ ਸਾਨੂੰ ਮਿਲ ਜਾਏ, ਅਤੇ ਹੁਣ ਟੱਬਰ ਹੋਰ 5-7 ਮੈਂਬਰ ਹੋਰ ਸਿਰ 'ਤੇ ਖੜ੍ਹੇ ਨੇ, ਅਤੇ ਇਸ ਵਾਸਤੇ ਉਹਨਾਂ ਦਾ ਵੀ ਲਾਲਚ ਹੈ। ਗਾਂ ਪੋਤਰਿਆਂ ਦਾ ਵੀ ਬੰਦਾ ਕਰਦਾ ਵੀ ਇਹਨਾਂ ਦਾ ਵੀ ਕੁਝ ਸੋਚ ਜਾਈਏ। ਅਤੇ ਮੁੜ ਕੇ ਆ ਗਿਆ ਬੁਢੇਪਾ, ਇਹਦੇ ਵਿੱਚ ਵੀ ਬਹੁਤੇ ਪਦਾਰਥਾਂ ਨੂੰ ਚਾਹੁੰਦਾ ਹੈ। ਇਸੇ ਪ੍ਰਕਾਰ ਘਣੋ 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 ਸਾਧ ਲੋੜਾ। ਬਹੁਤੇ ਪੁਰਖਾਂ ਨਾਲ ਮਿਲ ਕੇ, ਬਹੁਤੇ ਯਤਨ ਕਰਕੇ ਬਹੁਤਿਆਂ ਪਦਾਰਥਾਂ ਨੂੰ ਸਦਾ ਹੀ ਚਾਹੁੰਦਾ ਹੈ। ਸੋ ਜਿਹੜੀ ਜਮਾਖੋਰੀ ਹੈ ਇਹ ਮਾੜੀ ਹੈ। ਜਿਹੜਾ ਗੁਜ਼ਾਰੇ ਜੋਗਾ ਇਹ ਤਾਂ ਭਗਤਾਂ ਨੇ ਵੀ ਮੰਗਿਆ, ਇਹਦਾ ਕੋਈ ਲਾਮਾ ਨਹੀਂ ਹੈ। ਕਬੀਰ ਜੀ ਨੇ ਕਿਹਾ ਅੱਧ ਸਿਰ ਮੰਗੋ ਦਾਲੇ, ਅਤੇ ਮੌਕੋ ਦੋਨੋਂ ਵਕਤ ਜਵਾਲੇ। ਪਾਈਆ ਸਵੇਰੇ ਅਤੇ ਪਾਈਆ ਸ਼ਾਮ, ਅੱਧਾ ਕਿਲੋ ਦਾਲ ਦਾ ਤਾਂ ਕੋਈ ਲਾਲਚ ਨਹੀਂ ਹੈ। ਅਤੇ ਇਉਂ ਅੱਧ ਸਿਰ ਮੰਗੋ ਦਾਲੇ, ਮੌਕੋ ਦੋਨੋਂ ਵਕਤ ਜਵਾਲੇ। ਖਾਟ ਮੰਗੋ ਚੌਪਾਈ, ਇੱਕ ਮੰਜੇ ਦਾ ਤਾਂ ਕੋਈ ਲਾਮਾ ਨਹੀਂ ਹੈ, ਉਹ ਤਾਂ ਚਾਹੀਦਾ ਹੀ ਹੈ। ਸਿਰਹਾਣਾ ਅਬਰ ਤਲਾਈ, ਇੱਕ ਸਿਰਹਾਣੇ ਇੱਕ ਤਲਾਈ ਚਾਹੀਦੀ ਹੈ। ਉੱਪਰ ਕੋ ਮੰਗੋ ਖੀਨਾ ਖੇਸ ਵੀ ਚਾਹੀਦਾ ਗਰਮੀਆਂ 'ਚ, ਅਤੇ ਸਰਦੀਆਂ 'ਚ ਰਜਾਈ ਚਾਹੀਦੀ। ਇਹ ਤਾਂ ਕੋਈ ਲਾਲਚ ਨਹੀਂ ਹੈ। ਖਾਣ ਪੀਣ ਦਾ, ਰਹਿਣ ਦਾ, ਇਹ ਤਾਂ ਸਾਡੀ ਲੋੜ ਹੈ। ਅਤੇ ਜਿਹੜਾ ਜਿੰਦਰੇ ਮਾਰ ਕੇ ਸਟੋਰਾਂ ਦੇ ਵਿੱਚ ਜਮ੍ਹਾਂ ਕਰਨਾ ਹੈ ਇਹ ਮਾੜਾ ਹੈ। ਮੰਨ ਲਓ ਬੂਟ ਹੀ ਲਾ ਲਓ, ਇੱਕ ਦੀ ਬਜਾਏ ਬੰਦਾ 2 ਜੋੜੇ ਰੱਖ ਲਏ, ਜੇ 2 ਤੋਂ ਵੱਧ ਗਏ ਫਿਰ ਲਾਲਚ ਹੈ, ਕਿਸੇ ਦਾ ਹਿੱਸਾ ਆਪਾਂ ਲੈ ਰਹੇ ਹਾਂ। ਸੂਟ ਹੀ ਲਾ ਲਓ, ਅਤੇ ਮਹੀਨੇ ਬਾਅਦ ਵਾਰੀ ਆਉਂਦੀ ਹੈ, ਉਹ ਵੀ ਆਪਾਂ ਕਿਸੇ ਦਾ ਹਿੱਸਾ ਲੈ ਰਹੇ ਹਾਂ। ਹੁਣ ਤਾਂ ਸਾਡੀ ਸਰਕਾਰ ਨੇ ਵੀ ਕਾਨੂੰਨ ਬਣਾ ਤਾ ਵੀ ਕੋਈ ਵੀ ਚੀਜ਼ ਹੈ ਇਹ ਜਮ੍ਹਾਖੋਰੀ ਇੱਕ ਗੈਰ ਕਾਨੂੰਨੀ ਹੈ। ਜਿਹੜਾ ਕਰਦਾ ਉਹ 'ਤੇ ਕੇਸ ਪਾ ਦਿੰਦੇ, ਮਤਲਬ ਕਿਸੇ ਨੂੰ ਮਿਲ ਨਹੀਂ ਰਿਹਾ ਅਤੇ ਕਿਸੇ ਨੇ ਜਮ੍ਹਾਂ ਕੀਤਾ ਹੋਇਆ ਹੈ। ਜਮ੍ਹਾਖੋਰੀ ਗੈਰ ਕਾਨੂੰਨੀ ਹੈ, ਜਿਹਦੇ ਨਾਲ ਗਰੀਬੀ ਹੁੰਦੀ ਹੈ, ਚੀਜ਼ ਦਾ ਮੁੱਲ ਵੱਧਦਾ ਹੈ। ਕਿਉਂ ਜੋ ਕੁਛ ਜਮ੍ਹਾਂ ਹੋਇਆ ਹੈ ਜੇ ਸਾਰਾ ਹੀ ਜਨਤਕ ਹੋ ਜਾਏ, ਰੁਪਈਆ ਰੁਪਈਆ ਜਨਤਾ ਦੇ ਵਿੱਚ ਵੰਡ ਦਿੱਤਾ ਜਾਏ, ਅਤੇ ਗਰੀਬੀ ਰਹੀ ਕੋਈ ਨਾ, ਅਤੇ ਜਿੰਦਰੇ ਵੀ ਲਾਉਣ ਦੀ ਤਾਂ ਹੀ ਲੋੜ ਪੈਂਦੀ ਹੈ, ਚੋਰੀ ਦਾ ਵੀ ਤਾਂ ਹੀ ਖਦਸ਼ਾ ਰਹਿੰਦਾ। ਇੱਕ ਕੋਲ ਹੈ ਨਹੀਂ, ਦੂਜੇ ਕੋਲ ਜਮ੍ਹਾਂ ਹੈ। ਉਹ ਜਿਹਦੇ ਕੋਲ ਹੈ ਨਹੀਂ ਉਹ ਜਿੰਦਰਾ ਭੰਨੂਗਾ, ਰਾਤ ਬਰਾਤੇ ਚੋਰੀ ਕਰੂਗਾ। ਜੇ ਜਿੰਦਰਾ ਖੋਲ੍ਹ ਕੇ ਚੀਜ਼ ਹੀ ਬੰਦਾ ਜਨਤਕ ਕਰ ਦੇ, ਜਿਹੜੀ ਪੜਦੇ ਵਿੱਚ ਹੈ ਚੋਰੀ ਉਹਦੀ ਹੈ, ਜੇ ਪੜਦਾ ਹੀ ਪਰਾਂ ਕਰ ਦੇ ਚੋਰੀ ਰਹੀ ਕੋਈ ਨਾ। ਜਿਨ੍ਹਾਂ ਕੋਲੋਂ ਮੈਂ ਵਿੱਦਿਆ ਸਿੱਖੀ ਹੈ ਉਹਨਾਂ ਜਦ ਵੀ ਕਿਤਾਬ ਕੱਢਣੀ ਅਤੇ ਜਿੰਦਰੇ 'ਚੋਂ ਕੱਢਣੀ। ਕੀਰਤਨ ਸਿਖਾਉਣ ਵਾਲੇ ਉਸਤਾਦ ਸੀਗੇ, ਗੱਲ ਸਹੀ ਹੈ, ਅੱਖਾਂ ਤੋਂ ਦਿਖਦਾ ਨਹੀਂ। ਇੱਕ ਕਲਾਸ ਦੇ ਵਿੱਚ ਅਤੇ 7-7 ਦਾ ਬੈਚ ਸੀਗਾ, ਘੰਟੇ ਦੀ ਕਲਾਸ 7 ਬੰਦਿਆਂ ਨੂੰ ਡੀਲ ਕਰਨਾ, ਦਿਖਦਾ ਹੈ ਨਹੀਂ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੇ ਬੈਚ ਲੰਘਾਉਣੇ। ਕਿਤਾਬ ਵੇਖੀ ਆ, ਮਾਰਕੀਟ 'ਚ ਅਵੇਲੇਬਲ ਨਹੀਂ ਹੈ। ਜੇ ਜਿੰਦਰੇ 'ਚ ਬੰਦਾ ਨਾ ਰੱਖੇ, ਕੋਈ ਲੈ ਗਿਆ ਮੁੜ ਕੇ ਕਿਹਦੇ ਕੋਲ ਪੁੱਛੂਗਾ? ਫਿਰ ਸਾਰਿਆਂ ਦੀ ਵਿੱਦਿਆ ਗਈ। ਕਥਾ ਵਾਲੇ ਵੀ ਇਸੇ ਤਰ੍ਹਾਂ, ਆਪ ਲਿਖਣਾ ਆਉਂਦਾ ਨਹੀਂ, ਕਿਸੇ ਕੋਲੋਂ ਲਿਖਾਈ ਹੈ, ਅਤੇ ਮਸਾਂ ਲਿਖਾਈ ਤਰਲੇ ਮਾਰ ਕੇ, ਕਾਪੀ ਕੋਈ ਹੈ। ਪੜ੍ਹਾਉਣਾ ਹੈ ਹਜ਼ਾਰਾਂ ਬੰਦਿਆਂ ਨੂੰ, ਜੇ ਕੋਈ ਲੈ ਗਿਆ ਤਾਂ ਕਿਹਨੂੰ ਪੁੱਛੂਗੇ? ਕਿਸੇ ਦੇ ਮਗਰ ਜਾਣਗੇ। ਅਤੇ ਇਸ ਵਾਸਤੇ ਜਿੰਦਰੇ 'ਚੋਂ ਕੱਢਣੀ, ਮਾੜਾ ਜਿਹਾ ਵਿਖਾ ਕੇ ਫਿਰ ਜਿੰਦਰੇ। ਮੈਂ ਕਿਹਾ ਵੀ ਇਹ ਤਾਂ ਗੱਲ ਮਾੜੀ ਹੈ। ਇਹ ਕਾਰਨ ਕੀ ਆ? ਵੀ ਚੀਜ਼ ਇੱਕ ਹੈ, ਜੇ ਬਹੁਤੀਆਂ ਹੋ ਜਾਣ ਤਾਂ ਚੋਰੀ ਦਾ ਖਦਸ਼ਾ ਨਿਬੜ ਜਾਏ। ਇਹ ਮੇਰੇ ਮਨ 'ਚ ਸੋਚ ਪੈਦਾ ਹੋਈ, ਰੱਬ ਨੇ ਕੀਤੀ। ਜਦ ਸਿਲੇਬਸ ਪੂਰਾ ਹੋਇਆ ਅਤੇ ਮਹਾਰਾਜ ਨੇ ਸੇਵਾ ਦਿੱਤੀ, ਮੌਕਾ ਦਿੱਤਾ, ਪੈਸਾ ਦਿੱਤਾ, ਜ਼ਿੰਮੇਵਾਰੀ ਦਿੱਤੀ। ਸਭ ਤੋਂ ਪਹਿਲਾਂ ਉਹ 2 ਕਿਤਾਬਾਂ, ਇੱਕ ਕੀਰਤਨ ਦੀ ਔਰ ਇੱਕ ਕਥਾ ਦੀ, ਸਿਰਫ ਇਸੇ ਸੋਚ ਖਾਤਰ ਵੀ ਚੋਰੀ ਦਾ ਮਾਮਲਾ ਤਾਂ ਹੀ ਹੈ ਵੀ ਚੀਜ਼ ਘੱਟ ਹੈ,
ਅਵੇਲੇਬਲ ਨਹੀਂ ਹੈ ਤੇ ਪਰਦੇ ਦੇ ਵਿੱਚ ਹੈ, ਤੇ ਜੇ ਜਿੰਦਰਾ ਖੋਲ੍ਹ ਕੇ ਸਾਰਿਆਂ ਦੇ ਸਾਹਮਣੇ ਰੱਖ ਦਿਓ ਤੇ ਇੱਕ ਤੋਂ ਬਹੁਤੀਆਂ ਬਣ ਜਾਣ, ਤੇ ਜਿਹਨੂੰ ਲੋੜ ਹੈ ਕਹਿੰਦੇ ਚੁੱਕੋ ਬਈ, ਫਿਰ ਚੋਰੀ ਰਹੇ ਹੀ ਨਾ, ਕੋਈ ਖਦਸ਼ਾ ਹੀ ਨਾ ਰਹੇ ਜਿੰਦਰੇ ਵਿੱਚ ਰੱਖਣ ਦਾ। ਉਹ ਬਹੁਤੀਆਂ ਪਹਿਲਾਂ ਫੋਟੋ ਸਟੇਟਾਂ, ਫਿਰ ਕੰਪਿਊਟਰ ਆ ਗਏ, ਪ੍ਰੈਸ ਦੀ ਜ਼ਿੰਮੇਵਾਰੀ, ਤੇ ਮਹਾਰਾਜ ਨੇ ਕਿਰਪਾ ਕੀਤੀ। ਉਹ ਇੰਨੀਆਂ ਮਾਰਕੀਟ 'ਚ ਅਵੇਲੇਬਲ ਹਨ, ਕੋਈ ਗੱਲ ਹੀ ਨਹੀਂ। ਇੱਕ ਬੁੱਕ ਹੈ ਸੰਗੀਤ ਸਾਗਰ, ਜੇ ਤੋਂ ਆਪਾਂ ਸਿੱਖਦੇ ਰਹੇ, ਉਹਦੇ 'ਚੋਂ 250 ਸ਼ਬਦਾਂ ਦੀ ਨੋਟੇਸ਼ਨ ਸੀਗੀ, 250, ਅਤੇ ਜਿਹੜੀ ਛਾਪੀ ਉਹਦੇ 'ਚੋਂ 500 ਸ਼ਬਦਾਂ ਦੀ ਨਰੇਸ਼ਨ ਹੈ। ਸੰਗੀਤ ਸਾਗਰ ਦਮਦਮੀ ਟਕਸਾਲ ਦੀ ਮੋਹਰ ਹੈ। ਔਰ ਗੁਰਮਤ ਲਿਟਰੇਚਰ ਹਾਊਸ ਅੰਮ੍ਰਿਤਸਰ ਸਾਹਿਬ, ਮਹਿਤਾ ਸਾਹਿਬ, ਕਿਤੇ ਵੀ ਜਿੱਥੇ ਬੁੱਕ ਸਟਾਲ ਹੈ ਉੱਥੇ ਅਵੇਲੇਬਲ ਆਪ ਨੂੰ ਮਿਲੇਗੀ। ਅਤੇ ਅੰਮ੍ਰਿਤ ਰਸ ਕਥਾ ਦੀ ਪੋਥੀ, ਪਹਿਲਾਂ 1 ਭਾਗ, ਫਿਰ 2, ਅਤੇ ਫਿਰ ਉਹਦੇ 5, ਔਰ ਬਕਾਇਦਾ ਦਮਦਮੀ ਟਕਸਾਲ ਦੇ ਉੱਤੇ ਮੋਹਰ ਲੱਗੀ ਮਿਲੇਗੀ। ਦਮਦਮੀ ਟਕਸਾਲ ਲਿਖਿਆ ਵਿਦਿਆਰਥੀਆਂ ਵਾਸਤੇ ਮਾਰਕੀਟ ਦੇ ਵਿੱਚ। ਸੋ ਬੰਦਾ ਥੋੜ੍ਹਾ ਬਹੁਤਾ ਤਿਲ ਫੁੱਲ ਦੇ ਅਤੇ ਪੋਥੀਆਂ ਪ੍ਰਾਪਤ ਕਰ ਲਏ। ਨਾ ਕੋਈ ਜਿੰਦਰਾ, ਨਾ ਕੁੰਡੀ, ਨਾ ਚੋਰੀ, ਨਾ ਕੋਈ ਗੱਲ, ਨਾ ਬਾਤ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਘਣੋ 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 ਸਾਧ ਲੂੜਾ। ਬਹੁਤੇ ਪੁਰਖਾਂ ਨਾਲ ਮਿਲ ਕੇ, ਬਹੁਤੇ ਯਤਨ ਕਰਕੇ, ਬਹੁਤੇ ਪਦਾਰਥਾਂ ਨੂੰ ਸਦਾ ਹੀ ਚਾਹੁੰਦਾ ਹੈ ਕਿ ਮੈਨੂੰ ਸਭ ਕੁਛ ਹੀ ਮਿਲ ਜਾਏ। ਮਤਲਬ ਸਾਡੀ ਹੀ ਲੋੜ ਹੈ। ਦੁਨੀਆ ਭਾਵੇਂ ਭੁੱਖੀ ਮਰ ਜਾਏ, ਕਿਸੇ ਨੂੰ ਕੁਛ ਲੋੜ ਨਹੀਂ, ਪਰ ਮੈਨੂੰ ਹੀ ਲੋੜ ਹੈ, ਸਭ ਕੁਛ ਮੈਨੂੰ ਹੀ ਮਿਲ ਜਾਏ। ਇਹ ਸਾਡੀ ਸੋਚ ਹੈ। ਬਿਨ ਲਹਿਣੇ ਕਾਠਾ ਪਾਇਓ ਰੇ। ਇਹ ਭਾਈ ਭਾਗਾਂ ਤੋਂ ਬਿਨਾਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਪ੍ਰਾਪਤੀ ਦੇ ਲੇਖ ਬਿਨਾਂ ਕਿਸ ਤਰ੍ਹਾਂ ਪਾ ਸਕਦਾ? ਭਾਵ ਨਹੀਂ ਪਾ ਸਕਦਾ। ਜੇ ਮੇਰੇ ਮੱਥੇ 'ਤੇ ਲਿਖਿਆ ਹੀ ਨਹੀਂ ਵੀ ਆਹ ਚੀਜ਼ ਮੈਨੂੰ ਮਿਲਣੀ ਹੈ, ਅਤੇ ਫਿਰ ਜਿੰਨਾ ਮਰਜ਼ੀ ਜ਼ੋਰ ਲਾ ਲਓ, ਯਤਨ ਕਰ ਲਓ, ਨਹੀਂ ਮਿਲਣੀ ਤੇ ਨਹੀਂ ਮਿਲਣੀ। ਵਿਣ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਫਿਰ ਦੌੜਨ ਦੀ ਕੀ ਲੋੜ ਹੈ? ਬੰਦਾ ਚੌਂਕੜਾ ਮਾਰ ਕੇ ਸੰਦੋਖ ਦੇ ਨਾਲ ਰੱਬ ਰੱਬ ਕਰੇ, ਕਰਮਾਂ 'ਚ ਹੂ ਤੇ ਮਿਲ ਜਾਊ। ਭੱਜ ਨੱਠ ਕਰਨ ਦੇ ਨਾਲ ਕੀ ਮਿਲਣਾ ਹੈ? ਤੋ ਇਸ ਵਾਸਤੇ ਵਿਣ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਜਿੰਨੀ ਮਰਜ਼ੀ ਭਾਵੇਂ ਦੌੜ ਭੱਜ ਕਰ ਲਏ। ਦੇਸ ਛੋੜ ਪਰਦੇਸੈ ਧਾਇਆ। ਆਪਣਾ ਦੇਸ਼ ਛੱਡ ਕੇ ਭਾਵੇਂ ਪਰਦੇਸ ਦੇ ਵਿੱਚ ਵੀ ਚਲਾ ਜਾਏ, ਉੱਥੇ ਵੀ ਦੁਨੀਆ ਮੈਂ ਭੁੱਖੀ ਮਰਦੀ ਵੇਖੀ ਹੈ। ਕੰਮ ਹੀ ਨਹੀਂ ਕਰਨਾ, ਫਿਰ ਦੱਸੋ ਕਰਨਾ ਕੀ ਹੈ? ਕੰਮ ਕਰੂਗਾ ਤਾਂ ਪੈਸਾ ਆਊਗਾ, ਅਤੇ ਇਹ ਥੋੜ੍ਹਾ ਵੀ ਬਿਨਾਂ ਕੰਮ ਤੋਂ ਹੀ। ਤੋ ਇਸ ਵਾਸਤੇ ਕੰਮ ਤਾਂ ਕਰਨਾ ਹੀ ਪਊ। ਜੇ ਆਪਣੇ ਦੇਸ਼ 'ਚ ਕਰਾਂਗੇ, ਇੱਥੇ ਵੀ ਖੁਸ਼ਹਾਲੀ ਆਊਗੀ। ਹੁਣ ਸਾਡੇ ਮੁੰਡੇ ਇੱਥੇ ਕੁਛ ਕਰਕੇ ਰਾਜੀ ਨਹੀਂ, ਉੱਥੇ ਕਰਨਗੇ ਅਤੇ ਤਾਂ ਸਭ ਕੁਛ ਆਵੇਗਾ। ਇਉਂ ਮਹਾਰਾਜ ਕਹਿੰਦੇ ਵੀ ਬਿਨਾਂ ਕਰਮਾਂ ਤੋਂ, ਬਿਨਾਂ ਪ੍ਰਾਪਤੀ ਦੇ ਲੇਖ ਤੋਂ ਇਹ ਕਿਵੇਂ ਪਾ ਸਕਦਾ ਹੈ? ਭਾਵ ਨਹੀਂ ਪਾ ਸਕਦਾ। ਮਹਾਰਾਜ ਰੂਗਾਥ ਵਾਹੂ ਸਿਉ ਲੋਬੜਿਓ। ਇਹ ਭਾਈ ਮਹਾਰਾਜ ਪਰਮੇਸ਼ਰ ਦੀ ਜੋ ਗਾਥ ਮਾਇਆ ਹੈ, ਜੋ ਪਰਮੇਸ਼ਰ ਦਾ ਪਦਾਰਥ ਜਾਂ ਸਰੀਰ ਦਿੱਤਾ ਹੋਇਆ, ਉਹਦੇ ਨਾਲ ਹੀ ਇਹ ਜੀਵ ਲੁਭਾਈ ਮਨ ਚੰਬੜਿਆ ਹੋਇਆ ਹੈ। ਇਹ ਸਰੀਰਾ ਮੇਰੇ ਇਸ ਜਗ ਮੇਂ ਆਈ ਕੈ, ਕਿਆ ਤੁਧ ਕਰਮ ਕਮਾਇਆ। ਕਈ ਮੇਰੇ ਵਰਗੇ ਨਹਾਉਣ ਧੋਣ 'ਚ ਹੀ ਟਾਈਮ ਖਰਾਬ ਕਰ ਦੇਣਗੇ, 2-2 ਘੰਟੇ ਬਾਥਰੂਮ 'ਚੋਂ ਨਹੀਂ ਨਿਕਲਣਾ। ਦੱਸੋ ਇਹ ਕੋਈ ਦਿਆਨਤਦਾਰੀ ਆ? ਇਨਸਾਨੀਅਤ ਮਗਰ ਲੈਣ ਲੱਗੀ ਹੋਈ ਹੈ। ਘਰ 'ਚ ਵੀ ਹੈ ਜਾਂ ਕਿਤੇ ਪਬਲਿਕ 'ਤੇ ਵੀ ਹੈ, ਦੁਨੀਆ ਦੀ ਲੈਣ ਲੱਗੀ ਹੈ। ਅਤੇ ਉਹ ਬੰਦਾ ਪਤਾ ਨਹੀਂ ਸੋਚਦਾ ਸਾਬਣ ਨਾਲ ਹੀ ਪਤਾ ਨਹੀਂ ਆਪਾਂ ਸਾਫ਼ ਹੋ ਜਾਣਾ। ਕੱਪੜੇ ਪਾਉਂਦਿਆਂ ਨਹੀਂ ਥੱਕਣਾ, ਸ਼ੀਸ਼ੇ ਅੱਗੇ ਸਾਰੀ ਸਾਰੀ ਦਿਹਾੜੀ ਬੈਠੇ ਮੂੰਹ ਵਹਿੰਦੇ ਰਹਿਣਾ, ਪਾਊਡਰ ਅਤੇ ਕਰੀਮਾਂ ਮਰ ਸਾਰਾ ਹੀ ਪੈਸਾ ਬਿਊਟੀ 'ਤੇ ਲਾ ਦੇਣਾ। ਮੈਂ ਤਾਂ ਦੁਕਾਨ ਦੇ ਪੜ੍ਹ ਕੇ ਹੈਰਾਨ ਹੁੰਦਾ। ਦੁਨੀਆ ਦੇ 5-5 ਹਜ਼ਾਰ ਦੇ ਪੈਕੇਜ ਕਾਹਦੇ ਲਈ? ਬਿਊਟੀ ਦੇ, ਬਸ ਆਪਣਾ ਬੂਥਾ ਸਵਾਰਨਾ, ਮਾਫ਼ ਕਰਨਾ। ਸਰੀਰ ਦੇ ਮਗਰ ਹੀ ਲੱਗੇ ਰਹਿਣਾ। ਦੱਸੋ ਬੰਦਾ ਉਹ ਸੇਵਾ ਕੀ ਕਰੂਗਾ? ਉਹ ਬਾਣੀ ਕੀ ਪੜ੍ਹੂਗਾ? ਨਿਤਨੇਮ ਕੀ ਕਰੂਗਾ ਜਿਹੜਾ ਸਰੀਰ ਦੀ ਸੇਵਾ 'ਚ ਲੱਗਾ ਹੋਇਆ? ਕੁਛ ਟਾਈਮ ਸਰੀਰ ਤੋਂ ਬਾਹਰ ਕੱਢਾਂਗੇ ਤਾਂ ਹੀ ਕੁਛ ਸਮਾਂ ਮਿਲੂ ਸੇਵਾ ਅਤੇ ਸਿਮਰਨ ਦਾ। ਤੋ ਜੇ ਕੰਮਾਂ ਕਾਰਾਂ ਦੇ ਵਿੱਚ ਜਾਂ ਸੇਵਾ ਤੋਂ ਬਗੈਰ ਇੱਧਰ ਉੱਧਰ ਹੀ ਭਟਕਦਾ ਰਿਹਾ, ਫਿਰ ਮਨੁੱਖਾ ਜਨਮ ਦਾ ਲਾਭ ਕੀ ਹੈ? ਕਿਉਂ ਮਹਾਰਾਜ ਦੀ ਜਿਹੜੀ ਮਾਇਆ ਹੈ ਉਹਦੇ 'ਚ ਤਾਂ ਖੇਡਾਂ ਕਰ ਰਿਹਾ ਬੱਚੇ ਦੇ ਖਿਡੌਣਿਆਂ ਵਾਂਗ।
ਦਿੱਤੇ ਪਦਾਰਥਾਂ ਦੇ ਵਿੱਚ ਤਾਂ ਮौज ਮਸਤੀ ਮਾਣ ਰਿਹਾ, ਦਿੱਤੇ ਸਰੀਰ ਦੇ ਵਿੱਚ ਤਾਂ ਰੁੱਝਿਆ ਹੋਇਆ, ਤੇ ਪਰ ਉਹਦੇ ਨਾਲ ਆਪਣਾ ਲਗਾਵ ਨਹੀਂ ਕਰ ਰਿਹਾ ਹੈ। ਨੇਹ ਭਾਗੜੋ ਪਾਹੇ ਸੰਜੋਇਓ ਰੇ। ਇਹ ਭਾਗਾਂ ਤੋਂ ਹੀਣਿਆਂ ਦੀ ਨਿਸ਼ਾਨੀ ਹੈ। ਤ੍ਰਿਸ਼ਨਾ ਕ੍ਰੋਧ ਮਾਤਾ ਦੇ ਗਰਭ ਦੀ ਅੱਗ ਦੇ ਵਿੱਚ ਹਮੇਸ਼ਾ ਮਿਲਿਆ ਰਹਿੰਦਾ ਹੈ। ਸੁਣ ਮਨ ਸੀਖ ਸਾਧੂ ਜਨ ਸਗਲੋ। ਇਹ ਸਾਧੂ ਸ੍ਰੇਸ਼ਟ ਜਨਾਂ ਦੀ ਚਿੱਤ ਲਗਾ ਕੇ ਇਹ ਭਾਈ ਸਿੱਖਿਆ ਨੂੰ ਸੁਣਨਾ ਕਰ। ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਸੁਣੀਏ? ਕਹਿੰਦੇ ਸੰਗਤ ਵਿੱਚ ਆਓ, ਸੁਣ ਮਨ ਸੀਖ ਸਾਧੂ ਜਨ ਸਗਲੋ। ਸਾਰੇ ਸ੍ਰੇਸ਼ਟ ਸਾਧੂ ਜਨ ਉੱਥੇ ਬੈਠੇ ਹੁੰਦੇ ਨੇ। ਸੰਗਤ ਦੇ ਵਿੱਚ ਚੰਗੇ ਬੰਦੇ ਨਹੀਂ ਆਉਣਾ ਹੈ, ਮਾੜੇ ਨੇ ਤਾਂ ਆਉਣਾ ਨਹੀਂ। ਜਿਹਦੀ ਬਿਰਤੀ ਕੁਛ ਪਰਮਾਤਮਾ ਦੇ ਵੱਲ ਜੁੜੀ ਹੋਈ ਹੈ, ਜਾਂ ਉਹ ਚਾਹੁੰਦਾ ਹੈ ਕਿ ਮੈਨੂੰ ਰੱਬ ਮਿਲੇ, ਉਸੇ ਨੇ ਹੀ ਗੁਰਦੁਆਰੇ ਆਉਣਾ, ਸੰਗਤ 'ਚ ਬੈਠਣਾ। ਇਸ ਲਈ ਸੰਗਤ ਦੇ ਵਿੱਚ ਸਾਰੇ ਸਾਧੂ ਮਿਲੇ ਹੁੰਦੇ ਨੇ। ਉਹਨਾਂ ਸਾਰੇ ਸਾਧੂਆਂ ਦੇ ਨਾਲ ਮਿਲ ਕੇ ਚਿੱਤ ਲਗਾ ਕੇ ਅਤੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣਿਆ ਕਰੋ। ਜਿਵੇਂ ਜਿਵੇਂ ਸੁਣਾਂਗੇ ਤਿਵੇਂ ਤਿਵੇਂ ਮਨ ਵਿੱਚ ਵਸੇਗੀ। ਥਾਰੇ ਸਗਲੇ ਪਰਾਸ਼ਤ ਮਿਟਿਓ ਰੇ। ਜਿਸ ਕਰਕੇ ਥਾਰੇ ਹਮਾਰੇ, ਇਹ ਇੱਥੋਂ ਦੀ ਬੋਲੀ ਹੈ, ਇੱਥੇ ਅੰਬਾਲੇ ਜ਼ਿਲ੍ਹੇ ਦੀ। ਤੇਰੇ ਸਾਰੇ ਹੀ ਪ੍ਰਾਸ਼ਤ ਪਾਪ ਇਹ ਮਿਟ ਜਾਣਗੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ। ਸਤਿਗੁਰੂ ਮਹਾਰਾਜ ਕਥਨ ਕਰਦੇ, ਹੈ ਭਾਈ ਜਿਸ ਨੂੰ ਮਹਾਰਾਜ ਪਰਮੇਸ਼ਰ ਦੀ ਭਗਤੀ ਰੂਪ ਗਠੜੀ ਦੁਆਰਾ ਇਹ ਪ੍ਰਾਪਤੀ ਹੋਈ ਹੈ, ਜਾਂ ਜਿਸ ਨੂੰ ਹਿਰਦੇ ਰੂਪ ਗਠੜੀ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦਾ ਭਗਤੀ ਰੂਪ ਪਦਾਰਥ ਪ੍ਰਾਪਤ ਹੋਇਆ ਹੈ। ਜਨ ਨਾਨਕ ਗਰਭਾਸਨਾ ਪੌੜਿਓ ਰੇ। ਸਾਹਿਬ ਕਥਨ ਕਰਦੇ ਉਹ ਪੁਰਖ ਫਿਰ ਮਾਤਾ ਦੇ ਗਰਭ ਦੇ ਵਿੱਚ ਨਹੀਂ ਬਹਿੰਦਾ, ਉਹ ਗਰਭ ਦੀਆਂ ਜੂਨੀਆਂ ਤੋਂ ਬਚ ਜਾਂਦਾ ਹੈ। ਇਹ ਮਹਾਰਾਜ ਸਾਹਿਬ ਨੇ ਅੱਜ ਦਾ ਭਾਵਨ ਉਪਦੇਸ਼ ਬਖਸ਼ਿਆ ਹੈ। ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹਨ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਭੁੱਲਾਂ ਮਾਫ ਕਰਨ, ਅਤੇ ਜੋ ਉਪਦੇਸ਼ ਹੈ ਸਾਡੇ ਮਨਾਂ ਦੀਆਂ ਬਿਰਤੀਆਂ ਵਿੱਚ ਵਸਾ ਕੇ ਬਿਰਤੀਆਂ ਨੂੰ ਆਪ ਦੇ ਚਰਨਾਂ 'ਚ ਸ਼ਬਦ ਦੇ ਵਿੱਚ ਲਾ ਦੇਣ ਜੀ। ਗੁਰੂ ਸਾਹਿਬ ਦੀ ਕਿਰਪਾ ਹੋਵੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ। ਜਨ ਨਾਨਕ ਗਰਭਾਸਨ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ